प्यारे विद्यार्थियों, आप सबनों प्यार भरी सत श्री अकाल। मेरा नाम है ज्योति। मैं सरकारी कन्या सीनियर सैकेंडरी स्कूल कोकरी कला मोगा विखे साइंस विषय की अध्यापिका हाँ। बच्चों, आज मैं तुहाडे नाल जमात 10वीं दा पाठ नंबर 2 तेजाब खार अते लूण लैके हाजिर हाँ। बिना किसी देरी तो बच्चों आओ शुरू करते हाँ अज दा ये पाठ। पाठ की शुरुआत ते सब तो पहला असीं गल करांगे तेजाबा अते खारां दे विच की अंतर हुंदा है। आओ देखते हाँ तेजाबा अते खारां दा अंतर। तां तुसीं देख सकदे हो जिस तरह कि जिहड़े तेजाब हुंदे हन इह स्वाद दे विच खट्टे हुंदे हन। इन्हां दे उल्ट जिहड़ियां खारां हुंदियां हन इह स्वाद दे विच कौड़ियां हुंदियां हन। दूसरे नंबर दे उत्ते ਜਿਹੜੇ तेजाब ਹੁੰਦੇ ਹਨ ਇਹ ਛੂਹਣ ਤੇ ਪਾਣੀ ਵਰਗੇ ਲੱਗਦੇ ਹਨ, ਪਰੰਤੂ ਜਿਹੜੀਆਂ ਖਾਰਾਂ ਹੁੰਦੀਆਂ ਹਨ ਇਹ ਛੂਹਣ ਤੇ ਸਾਬਣ ਵਰਗੀਆਂ ਜਾਂ ਚੀਕਣੀਆਂ ਲੱਗਦੀਆਂ ਹਨ। ਨੰਬਰ 3 ਦੇ ਉੱਤੇ तेजाब ਜਿਹੜੇ ਨੇ ਇਹ ਨੀਲੇ ਲਿਟਮਸ ਪੇਪਰ ਨੂੰ ਲਾਲ ਕਰ ਦਿੰਦੇ ਹਨ, ਪਰੰਤੂ ਖਾਰਾਂ ਲਾਲ ਲਿਟਮਸ ਪੇਪਰ ਨੂੰ ਨੀਲਾ ਕਰ ਦਿੰਦੀਆਂ ਹਨ। बच्चों ਇਹ ਇਹਨਾਂ ਦੇ ਵਿੱਚ ਹਨ ਪ੍ਰਮੁੱਖ 3 ਅੰਤਰ ਜਿਹੜੇ ਕਿ ਤੁਹਾਨੂੰ ਤੇਜ਼ਾਬਾਂ ਅਤੇ ਖਾਰਾਂ ਦਾ ਫਰਕ ਦੱਸਣ ਦੇ ਲਈ ਕਾਫੀ ਹਨ। ਹੁਣ ਤੁਹਾਡੇ ਦਿਮਾਗ ਦੇ ਵਿੱਚ ਇਹ ਗੱਲ ਜ਼ਰੂਰ ਆ ਰਹੀ ਹੋਏਗੀ ਕਿ ਇਹ ਲਿਟਮਸ ਕੀ ਚੀਜ਼ ਹੈ, ਲਾਲ ਲਿਟਮਸ ਨੂੰ ਨੀਲਾ ਕਰਨਾ ਜਾਂ ਨੀਲੇ ਲਿਟਮਸ ਨੂੰ ਲਾਲ ਕਰਨ ਦਾ ਕੀ ਭਾਵ ਹੈ। ਤਾਂ ਇੱਥੇ ਮੈਂ ਤੁਹਾਡੇ ਨਾਲ ਇੱਕ ਹੋਰ ਨਵੀਂ ਪਰਿਭਾਸ਼ਾ ਦੀ ਗੱਲ ਕਰਨਾ ਚਾਹੂੰਗੀ ਜਿਹੜੀ है सूचक या फिर इंडिकेटर्स। बच्चों सूचक ਉਹ ਪਦਾਰਥ ਹੁੰਦੇ ਹਨ ਜਿਹੜੇ ਕਿ ਤੇਜ਼ਾਬਾਂ ਅਤੇ ਖਾਰਾਂ ਦਾ ਫਰਕ ਦੱਸਦੇ ਹਨ। ਇਹ ਦੋ ਪ੍ਰਕਾਰ ਦੇ ਹੁੰਦੇ ਹਨ। ਪਹਿਲੇ ਨੰਬਰ ਦੇ ਉੱਤੇ ਹੈ ਕੁਦਰਤੀ ਸੂਚਕ ਜਾਂ ਫਿਰ ਨੈਚੁਰਲ ਇੰਡੀਕੇਟਰਸ ਤੇ ਨੰਬਰ 2 ਤੇ ਹਨ ਬਣਾਉਟੀ ਸੂਚਕ ਜਾਂ ਫਿਰ ਆਰਟੀਫੀਸ਼ੀਅਲ ਜਾਂ ਸਿੰਥੈਟਿਕ ਇੰਡੀਕੇਟਰਸ। जे मैं कुदरती सूचकों की गल करा तो उन्होंने विच जो हुण असी लिटमस पढ़ के आए हाँ वो उदाहरण आ जांदियां हन जिहड़े कि लाइकन नाम के पदार्थ तो बने हुंदे हन। इसी तरह हल्दी भी एक कुदरती सूचक है। इस दे नाल नाल हाइड्रेंजिया पेटूनिया यह जिहड़े पौधे ने या चाइना रोज़ इन्हां दे फुल्लां दियां पंखड़ियां जड़ियां ने उन्हां दा अर्क कढ के भी असी उन्हां नूं सूचक के तौर ते वरत सकते हाँ। इहदे उल्ट बनावटी सूचक दियां उदाहरणां हन फिनोल्फथलीन या फिर मिथाइल ऑरेंज वर्गे पदार्थ। इन्हां तो बिना तीसरी प्रकार के सूचक हन सूंघण सूचक या फिर ऑलफैक्टरी इंडिकेटर्स जिन्हां दे विच तुहाडे सामने उदाहरणां हन वैनीला, लौंगां दा तेल या फिर प्याज। बच्चों इन्हां दा एक गुण यह हुंदा है कि यह खारां दे विच तां कोई भी स्मैल नहीं दिंदे, लेकिन तेजाबां दे मौजूदगी दे विच इन्हां दी जिहड़ी स्मैल है वह उसी तरह कायम रहिंदी है। इस करके इन्हां नूं सूंघण सूचक कहा जाता है। आओ बच्चों हुण जो असी इन्हां वख-वख प्रकार दे सूचकां दी गल कीती है इन्हां सारियां नूं असी प्रत्यक्ष तौर ते एक किरिया दे विच देखदे हां। ਲੱਗੇ ਹੈਗੇ ਵੱਖ-ਵੱਖ ਇੰਡੀਕੇਟਰਾਂ ਦੇ ਨਾਲ ਵੱਖ-ਵੱਖ ਸੂਚਕਾਂ ਦੇ ਨਾਲ ਕੁਝ ਐਸਿਡ ਹੈਗੇ ਸਾਡੇ ਕੋਲੇ, ਜਿਸ ਤਰ੍ਹਾਂ ਐਸਿਡ ਤੁਹਾਡੇ ਕੋਲ ਨਾਈਟ੍ਰਿਕ ਐਸਿਡ ਹੈਗਾ ਸੇ ਸਲਫਿਊਰਿਕ ਐਸਿਡ ਹੋ ਗਿਆ, ਹਾਈਡਰੋਕਲੋਰਿਕ ਐਸਿਡ ਹੋ ਗਿਆ। ਇਸੇ ਪ੍ਰਕਾਰ ਸਾਡੇ ਕੋਲੇ 3 ਜਿਹੜੀਆਂ ਇਹ ਖਾਰਾਂ ਸੀ ਲਈਆਂ ਹੈਗੀਆਂ ਸੋਡੀਅਮ ਹਾਈਡਰੋਕਸਾਈਡ, ਪੋਟਾਸ਼ੀਅਮ ਹਾਈਡਰੋਕਸਾਈਡ, ਕੈਲਸ਼ੀਅਮ ਹਾਈਡਰੋਕਸਾਈਡ। ਤੇ ਇਹਨਾਂ ਨੂੰ ਟੈਸਟ ਕਰਨ ਵਾਸਤੇ ਵੀ ਕਿਹੜੇ ਤੇਜ਼ਾਬ ਜਾਂ ਕਿਹੜੇ ਖਾਰ ਹੈਗੇ ਆ ਅਸੀਂ 3 ਜਿਹੜੇ ਹੈਗੇ ਨੈਚੁਰਲ ਲਿਟਮਸ ਜਿਸ ਤਰ੍ਹਾਂ ਰੈੱਡ ਲਿਟਮਸ ਤੇ ਬਲੂ ਲਿਟਮਸ ਹੋ ਗਿਆ ਤੁਹਾਡੇ ਕੋਲੇ ਪੇਪਰ ਹੋ ਗਏ ਇਹਨਾਂ ਨੂੰ ਯੂਜ਼ ਕਰਾਂਗੇ ਅਸੀਂ। ਤੇ ਇਸ ਤਰ੍ਹਾਂ ਇਸ ਚਾਈਨਾ ਰੋਜ਼ ਜਿਹੜਾ ਹੈਗਾ ਉਹਦਾ ਘੋਲ ਜਿਹੜਾ ਅਸੀਂ ਤਿਆਰ ਕੀਤਾ ਹੈਗਾ, ਹਲਦੀ ਪਾਊਡਰ ਦਾ ਘੋਲ ਤਿਆਰ ਕੀਤਾ ਹੈਗਾ। ਇਹ ਤਿੰਨੇ ਜਿਹੜੇ ਹੈਗੇ ਆਪਾਂ ਨੈਚੁਰਲ ਇੰਡੀਕੇਟਰ ਦੇ ਵਿੱਚ ਮੰਨ ਲੈਂਦੇ, ਕੁਦਰਤੀ ਇੰਡੀਕੇਟਰ ਦੇ ਵਿੱਚ। ਤੇ ਬਣਾਉਟੀ ਇੰਡੀਕੇਟਰਾਂ ਵਿੱਚ ਅਸੀਂ ਦੇਖਾਂਗੇ ਇਹਦੇ ਵਿੱਚ ਤੁਹਾਡੇ ਕੋਲ ਸਿੰਥੈਟਿਕ ਜਾਂ ਸਿੰਥੈਟਿਕ ਇੰਡੀਕੇਟਰ ਵਿੱਚ ਹੈਗੇ ਤੁਹਾਡੇ ਕੋਲ ਫਿਨੋਲਫਥਲੀਨ ਤੇ ਨਾਲ ਹੈਗਾ ਮਿਥਾਈਲ ਔਰੇਂਜ। ਸਭ ਤੋਂ ਪਹਿਲਾਂ ਅਸੀਂ ਵੱਖ-ਵੱਖ ਜਿਹੜੇ ਐਸਿਡ ਹੈਗੇ ਆ ਉਹਨਾਂ ਦਾ ਅਸੀਂ ਟੈਸਟ ਜਿਹੜਾ ਲਿਟਮਸ ਪੇਪਰ ਇੱਕ ਨੀਲੇ ਤੇ ਇੱਕ ਲਾਲ ਦੀ ਵਰਤੋਂ ਕਰਦੇ ਹੋਏ ਆਪਾਂ ਇਹਨਾਂ ਲਿਟਮਸ ਟੈਸਟ ਜਿਹੜਾ ਹੈਗਾ ਕਰਕੇ ਦੇਖਣ ਦੀ ਕੋਸ਼ਿਸ਼ ਕਰਦੇ ਹਾਂ ਵੀ ਇਹਨਾਂ ਸੂਚਕਾਂ ਦੇ ਨਾਲ ਐਸਿਡ ਜਾਂ ਬੇਸ ਦੇ ਵਿੱਚ ਕਿਸ ਤਰ੍ਹਾਂ ਤਬਦੀਲੀ ਹੁੰਦੀ ਹੈ। ਸਭ ਤੋਂ ਪਹਿਲਾਂ ਮੈਂ ਯੂਜ਼ ਕਰਦਾ ਨਾਈਟ੍ਰਿਕ ਐਸਿਡ ਦੀ ਇੱਕ ਬੂੰਦ ਮੈਂ ਨੀਲੇ ਲਿਟਮਸ ਪੇਪਰ ਦੇ ਉੱਪਰ ਪਾਉਣਾ ਹੈ, ਇੱਕ ਲਾਲ ਦੇ ਉੱਪਰ।
ਇਸ ਤੋਂ ਬਾਅਦ ਸਲਫਿਊਰਿਕ ਐਸਿਡ ਦੀ ਇੱਕ ਬੂੰਦ ਨੀਲੇ ਲਿਟਮਸ ਪੇਪਰ ਦੇ ਉੱਪਰ ਤੇ ਇੱਕ ਬੂੰਦ ਜਿਹੜੀ ਮੈਂ ਉਸਦੀ ਰੈੱਡ ਲਿਟਮਸ ਪੇਪਰ ਦੇ ਉੱਪਰ ਪਾਉਣਾ ਹੈ। ਇਸੇ ਪ੍ਰਕਾਰ ਹਾਈਡਰੋਕਲੋਰਿਕ ਐਸਿਡ ਉਸਦੀਆਂ ਇੱਕ ਦੋ ਬੂੰਦਾਂ ਨੀਲੇ ਲਿਟਮਸ ਪੇਪਰ ਦੇ ਉੱਪਰ ਤੇ ਲਾਲ ਲਿਟਮਸ ਪੇਪਰ ਦੇ ਉੱਪਰ ਪਾਉਣਾ ਹੈ। ਤੁਸੀਂ ਇਹਦੇ ਵਿੱਚ ਕੀ ਦੇਖਦੇ ਹੋ ਕਿ ਵੀ ਜਿਹੜੇ ਤਿੰਨੇ ਐਸਿਡ ਹੈਗੇ ਆ ਇਹਨਾਂ ਨੇ ਨੀਲੇ ਲਿਟਮਸ ਪੇਪਰ ਦੇ ਰੰਗ ਨੂੰ ਲਾਲ ਕਰ ਦਿੱਤਾ ਹੈ, ਪਰੰਤੂ ਲਾਲ ਲਿਟਮਸ ਪੇਪਰ ਦੇ ਵਿੱਚ ਕੋਈ ਤਬਦੀਲੀ ਨਹੀਂ ਹੈ। ਹੁਣ ਅਸੀਂ ਖਾਰਾਂ ਦੀ ਗੱਲ ਕਰਦੇ ਹਾਂ। ਖਾਰ ਦੇ ਵਿੱਚ ਸਭ ਤੋਂ ਪਹਿਲੀ ਖਾਰ ਜਿਹੜੀ ਅਸੀਂ ਵਰਤੋਂ ਵਿੱਚ ਲੈ ਰਹੇ ਪੋਟਾਸ਼ੀਅਮ ਹਾਈਡਰੋਕਸਾਈਡ, ਉਹਦੀ ਮੈਂ ਇੱਕ ਬੂੰਦ ਪਾਉਣਾ ਹੈਗਾ ਨੀਲੇ ਲਿਟਮਸ ਪੇਪਰ ਦੇ ਉੱਪਰ ਤੇ ਇੱਕ ਲਾਲ ਦੇ ਉੱਪਰ। ਇਸ ਤੋਂ ਬਾਅਦ ਦੂਸਰੀ ਖਾਰ ਸੋਡੀਅਮ ਹਾਈਡਰੋਕਸਾਈਡ ਦੀ ਇੱਕ ਬੂੰਦ ਨੀਲੇ ਲਿਟਮਸ ਪੇਪਰ ਦੇ ਉੱਪਰ ਇੱਕ ਲਾਲ ਦੇ ਉੱਪਰ। ਇਸੇ ਪ੍ਰਕਾਰ ਕੈਲਸ਼ੀਅਮ ਹਾਈਡਰੋਕਸਾਈਡ ਦੀ ਇੱਕ ਬੂੰਦ ਨੀਲੇ ਲਿਟਮਸ ਪੇਪਰ ਉੱਪਰ ਤੇ ਇੱਕ ਲਾਲ ਲਿਟਮਸ ਪੇਪਰ ਦੇ ਉੱਪਰ। ਤੁਸੀਂ ਇੱਥੇ ਕੀ ਨੋਟ ਕਰੋਗੇ, ਤੁਸੀਂ ਹੁਣ ਦੇਖੋਗੇ ਕਿ ਵੀ ਜਿਹੜੇ ਖਾਰ ਹੈਗੇ ਆ ਉਹ ਨੀਲੇ ਲਿਟਮਸ ਪੇਪਰ ਦੇ ਰੰਗ ਦੇ ਵਿੱਚ ਕੋਈ ਤਬਦੀਲੀ ਨਹੀਂ ਲਿਆ ਰਹੀ, ਪਰੰਤੂ ਲਾਲ ਲਿਟਮਸ ਪੇਪਰ ਦੇ ਰੰਗ ਦੇ ਵਿੱਚ ਤਬਦੀਲੀ ਲਿਆ ਕੇ ਉਹਨੇ ਲਾਲ ਲਿਟਮਸ ਨੂੰ ਕੀ ਕਰ ਦਿੱਤਾ ਹੈਗਾ, ਨੀਲਾ ਕਰ ਦਿੱਤਾ ਹੈਗਾ। ਦੇ ਤੌਰ ਤੇ ਅਸੀਂ ਹੁਣ ਹਲਦੀ ਪਾਊਡਰ ਦੀ ਵਰਤੋਂ ਲਿਆਵਾਂਗੇ। ਹਲਦੀ ਪਾਊਡਰ ਦਾ ਇੱਥੇ ਅਸੀਂ ਘੋਲ ਤਿਆਰ ਕੀਤਾ ਹੋਇਆ ਹੈ। ਸੋ ਸਭ ਤੋਂ ਪਹਿਲਾਂ ਅਸੀਂ ਇੱਕ ਐਸਿਡ ਦਾ ਸੈਂਪਲ ਇਸ ਪਰਖਣੀ ਵਿੱਚ ਲੈਣੇ ਹੈਗੇ ਆ। ਇਹਦੀਆਂ ਕੁਝ ਬੂੰਦਾਂ ਇਸ ਪਰਖਣੀ ਵਿੱਚ ਐਡ ਕਰ ਲੈਣੇ। ਤੁਹਾਡੇ ਕੋਲ ਨਾਈਟ੍ਰਿਕ ਐਸਿਡ ਜਿਹੜਾ ਅਸੀਂ ਉਸਦੀਆਂ ਕੁਝ ਬੂੰਦਾਂ ਇਹਦੇ ਵਿੱਚ ਐਡ ਕਰ ਲਈਆਂ। ਸੋ ਇਹਦੇ ਵਿੱਚ ਹਲਦੀ ਪਾਊਡਰ ਦੇ ਘੋਲ ਦਾ ਕੁਝ ਬੂੰਦਾਂ ਮੈਂ ਇਹਦੇ ਵਿੱਚ ਐਡ ਕਰੂੰਗਾ ਤੇ ਉਸ ਦੇ ਰੰਗ ਵਿੱਚ ਹੋਣ ਵਾਲੀ ਤਬਦੀਲੀ ਨੂੰ ਨੋਟ ਕਰਾਂਗੇ। ਸੋ ਇਸ ਦੇ ਵਿੱਚ ਦੇਖੋਗੇ ਤੁਸੀਂ ਹਲਦੀ ਪਾਊਡਰ ਦੇ ਰੰਗ ਦੇ ਵਿੱਚ ਕੋਈ ਖਾਸ ਤਬਦੀਲੀ ਸਾਨੂੰ ਦਿਖਾਈ ਨਹੀਂ ਦੇ ਰਹੀ। ਹੁਣ ਅਸੀਂ ਦੂਸਰੀ ਪਰਖਣੀ ਵਿੱਚ ਇੱਕ ਸੈਂਪਲ ਅਸੀਂ ਖਾਰ ਦਾ ਲਵਾਂਗੇ। ਇੱਥੇ ਅਸੀਂ ਪੋਟਾਸ਼ੀਅਮ ਹਾਈਡਰੋਕਸਾਈਡ ਨੂੰ ਐਜ਼ ਅ ਸੈਂਪਲ ਦੇ ਤੌਰ ਤੇ ਵਰਤੋਂ ਵਿੱਚ ਲੈ ਆਉਂਦੇ ਹਾਂ। ਪੋਟਾਸ਼ੀਅਮ ਹਾਈਡਰੋਕਸਾਈਡ ਦੀਆਂ ਕੁਝ ਬੂੰਦਾਂ ਮੈਂ ਇਸ ਪਰਖਣੀ ਵਿੱਚ ਐਡ ਕੀਤੀਆਂ ਤਾਂ ਇਹਦੇ ਵਿੱਚ ਜਦੋਂ ਮੈਂ ਹਲਦੀ ਪਾਊਡਰ ਦੀਆਂ ਕੁਝ ਬੂੰਦਾਂ ਇਹਦੇ ਵਿੱਚ ਐਡ ਕਰੂੰਗਾ ਤਾਂ ਰੰਗ ਵਿੱਚ ਹੋਣ ਵਾਲੀ ਤਬਦੀਲੀ ਨੂੰ ਤੁਸੀਂ ਨੋਟ ਕਰੋਗੇ। ਸੋ ਤੁਸੀਂ ਦੇਖੋਗੇ ਇਸ ਕੇਸ ਦੇ ਵਿੱਚ ਜਿਹੜਾ ਹਲਦੀ ਪਾਊਡਰ ਹੈਗਾ ਉਸ ਦਾ ਰੰਗ ਜਿਹੜਾ ਹੈਗਾ ਲਾਲ ਹੋਣਾ ਸ਼ੁਰੂ ਹੋ ਗਿਆ। ਸੋ ਇੱਥੇ ਆਪਾਂ ਆਖ ਸਕਦੇ ਹਾਂ ਵੀ ਜਿਹੜਾ ਹਲਦੀ ਪਾਊਡਰ ਹੈਗਾ ਉਸ ਦਾ ਖਾਰ ਦੇ ਨਾਲ ਵੀ ਜਦੋਂ ਕਿਰਿਆ ਕਰਦਾ ਹੈ ਤਾਂ ਉਸ ਦਾ ਰੰਗ ਲਾਲ ਹੋ ਜਾਂਦਾ ਹੈਗਾ ਤੇ ਦੂਸਰੇ ਪਾਸੇ ਐਸਿਡ ਦੇ ਨਾਲ ਉਸ ਦੇ ਰੰਗ ਵਿੱਚ ਕੋਈ ਤਬਦੀਲੀ ਨਹੀਂ ਆਉਂਦੀ। ਸੋ ਇੰਡੀਕੇਟਰ ਅਸੀਂ ਵਰਤੋਂ ਵਿੱਚ ਲਿਆ ਰਹੇ, ਸੂਚਕ ਜਿਹੜਾ ਵਰਤੋਂ ਵਿੱਚ ਲਿਆ ਰਹੇ ਕੁਦਰਤੀ ਹੈਗਾ। ਇਹ ਚਾਈਨਾ ਰੋਜ਼ ਦੇ ਫੁੱਲਾਂ ਨੂੰ ਅਸੀਂ ਪਾਣੀ ਵਿੱਚ ਘੋਲ ਕੇ ਉਸ ਦਾ ਘੋਲ ਤਿਆਰ ਕੀਤਾ ਹੋਇਆ ਹੈਗਾ। ਇਸ ਘੋਲ ਨੂੰ ਅਸੀਂ ਐਜ਼ ਇੰਡੀਕੇਟਰ ਦੇ ਜਾਂ ਸੂਚਕ ਦੇ ਤੌਰ ਤੇ ਵਰਤੋਂ ਵਿੱਚ ਲਿਆਵਾਂਗੇ। ਸੋ ਇਹਨਾਂ ਵਿੱਚੋਂ ਕੋਈ ਵੀ ਇੱਕ ਐਸਿਡ ਜਿਹੜਾ ਕਿ ਅਸੀਂ ਇੱਕ ਪਰਖਣੀ ਵਿੱਚ ਲੈ ਲੈਣੇ ਉਸ ਦਾ ਕੁਝ ਸੈਂਪਲ। ਸੋ ਇੱਥੋਂ ਮੈਂ ਤੁਹਾਡੇ ਕੋਲ ਸਲਫਿਊਰਿਕ ਐਸਿਡ ਦੀਆਂ ਕੁਝ ਬੂੰਦਾਂ ਜਿਹੜੀਆਂ ਹੈਗੀਆਂ ਇਸ ਪਰਖਣੀ ਵਿੱਚ ਐਡ ਕਰ ਲਈਆਂ ਹੈਗੀਆਂ। ਸੋ ਆਹ ਤੁਹਾਡੇ ਕੋਲ ਐਸਿਡ ਦਾ ਸੈਂਪਲ ਹੋ ਗਿਆ ਹੈਗਾ। ਦੂਸਰਾ ਜਿਹੜਾ ਸੈਂਪਲ ਹੈਗਾ ਉਹਦੇ ਵਿੱਚ ਆਪਾਂ ਕਿਸੇ ਖਾਰ ਦੀ ਤੇ ਮੈਂ ਸੋਡੀਅਮ ਹਾਈਡਰੋਕਸਾਈਡ ਜਿਹੜਾ ਖਾਰ ਨੂੰ ਐਜ਼ ਸੈਂਪਲ ਦੇ ਤੌਰ ਤੇ ਵਰਤੋਂ ਵਿੱਚ ਲਿਆਉਣਾ ਹੈਗੇ। ਉਸ ਦੀਆਂ ਕੁਝ ਬੂੰਦਾਂ ਜਿਹੜੀਆਂ ਹੈਗੀਆਂ ਇਸ ਪਰਖਣੀ ਵਿੱਚ ਐਡ ਕਰ ਲੈਂਦਾ ਮੈਂ। ਤੁਸੀਂ ਪਹਿਲਾਂ ਸਟਾਰਟ ਦੇ ਵਿੱਚ ਅਸੀਂ ਦੇਖ ਚੁੱਕੇ ਹਾਂ ਵੀ ਇਸ ਦਾ ਰੰਗ ਕੁਝ ਪਰਪਲ ਜਿਹਾ ਹੁੰਦਾ ਹੈਗਾ ਜਿਹੜਾ ਚਾਈਨਾ ਰੋਜ਼ ਦੇ ਫੁੱਲਾਂ ਦਾ ਜਿਹੜਾ ਰੰਗ ਹੈਗਾ। ਹੁਣ ਆਹ ਵਾਲਾ ਜਿਹੜਾ ਸੈਂਪਲ ਤੁਹਾਡੇ ਕੋਲੇ ਇਹ ਵਾਲਾ ਸੈਂਪਲ ਤੁਹਾਡੇ ਕੋਲ ਐਸਿਡ ਹੈ ਤੇ ਆਹ ਵਾਲਾ ਸੈਂਪਲ ਜਿਹੜਾ ਤੁਹਾਡੇ ਕੋਲ ਹੈਗਾ ਬੇਸ ਜਾਂ ਖਾਰ ਦਾ। ਸੋ ਪਹਿਲਾਂ ਅਸੀਂ ਐਸਿਡ ਦੇ ਵਿੱਚ ਚਾਈਨਾ ਰੋਜ਼ ਦੀਆਂ ਕੁਝ ਬੂੰਦਾਂ ਪਾਉਂਦੇ ਹਾਂ ਤੇ ਉਸ ਦੇ ਰੰਗ ਵਿੱਚ ਹੋਣ ਵਾਲੀ ਤਬਦੀਲੀ ਨੂੰ ਅਸੀਂ ਨੋਟ ਕਰਦੇ ਹਾਂ। ਸੋ ਤੁਸੀਂ ਦੇਖੋਗੇ ਇਸ ਦਾ ਪਰਪਲ ਰੰਗ ਜਿਹੜਾ ਹੈਗਾ ਜਦੋਂ ਇਹ ਕਿਸੇ ਐਸਿਡ ਵਿੱਚ ਜਾਂਦਾ ਹੈਗਾ ਤਾਂ ਇਹਦਾ ਰੰਗ ਕੁਝ ਲਾਲ ਹੋ ਜਾਂਦਾ ਹੈ, ਲਾਲ ਕਲਰ ਦੇ ਵਿੱਚ ਤਬਦੀਲ ਹੋ ਜਾਂਦਾ ਹੈ। ਦੂਸਰੇ ਪਾਸੇ ਜੇ ਅਸੀਂ ਖਾਰ ਦੇ ਵਿੱਚ ਇਸੇ ਸੈਂਪਲ ਦੀਆਂ ਚਾਈਨਾ ਰੋਜ਼ ਦੀਆਂ ਕੁਝ ਬੂੰਦਾਂ ਇਹਦੇ ਵਿੱਚ ਸੋਲੂਸ਼ਨ ਦੀਆਂ ਕੁਝ ਬੂੰਦਾਂ ਇਹਦੇ ਵਿੱਚ ਐਡ ਕਰਦੇ ਹਾਂ ਤਾਂ ਉਸ ਦੇ ਰੰਗ ਵਿੱਚ ਆਉਣ ਵਾਲੀ ਤਬਦੀਲੀ ਨੂੰ ਜਦੋਂ ਤੁਸੀਂ ਨੋਟ ਕਰੋਗੇ ਤਾਂ ਇਸ ਦਾ ਰੰਗ ਹਰਾ ਹੋ ਜਾਂਦਾ ਹੈ। ਸੋ ਇਸ ਦੇ ਰੰਗ ਦੇ ਵਿੱਚ ਆਉਣ ਵਾਲੀ ਤਬਦੀਲੀ ਨੂੰ ਜੇ ਤੁਸੀਂ ਧਿਆਨ ਦੇ ਨਾਲ ਦੇਖੋਗੇ ਤਾਂ ਖਾਰ ਦੇ ਨਾਲ ਇਸ ਦਾ ਰੰਗ ਹਰਾ ਤੇ ਐਸਿਡ ਦੇ ਨਾਲ ਇਸ ਦਾ ਰੰਗ ਜਿਹੜਾ ਹੈ ਲਾਲ ਹੋ ਜਾਂਦਾ ਹੈ। ਸੋ ਇਸ ਤਰ੍ਹਾਂ ਅਸੀਂ ਐਸਿਡ ਬੇਸ ਜਾਂ ਖਾਰ ਜਾਂ ਤਿਆਬ ਦੇ ਸੂਚਕ ਦੇ ਤੌਰ ਤੇ ਅਸੀਂ ਇਸ ਚਾਈਨਾ ਰੋਜ਼ ਦੇ ਫੁੱਲ ਨੂੰ ਐਜ਼ ਇੰਡੀਕੇਟਰ ਵਰਤੋਂ ਵਿੱਚ ਲਿਆ ਸਕਦੇ ਹਾਂ। ਤੌਰ ਤੇ ਅਸੀਂ ਫੇਨੋਲਫਥਲੀਨ ਦੇ ਸੋਲੂਸ਼ਨ ਦੀ ਵਰਤੋਂ ਕਰ ਰਹੇ ਹਾਂ। ਸੋ ਜੇ ਤੁਸੀਂ ਦੇਖੋਗੇ ਤਾਂ ਇਸ ਦਾ ਸੋਲੂਸ਼ਨ ਦਾ ਰੰਗ ਬਿਲਕੁਲ ਕਲੀਅਰ ਹੈ, ਵਾਟਰ ਵਰਗਾ ਜਾਂ ਪਾਣੀ ਵਾਂਗੂ ਬਿਲਕੁਲ ਕਲੀਅਰ ਹੈ। ਸੋ ਪਹਿਲਾਂ ਸਿੰਪਲ ਦੇ ਤੌਰ ਤੇ ਅਸੀਂ ਇੱਕ ਐਸਿਡ ਲਵਾਂਗੇ। ਐਸਿਡ ਦੇ ਲਈ ਅਸੀਂ ਇੱਥੇ ਨਾਈਟ੍ਰਿਕ ਐਸਿਡ ਦੀ ਵਰਤੋਂ ਕਰ ਰਹੇ ਹਾਂ। ਕੋਈ ਵੀ ਇੱਕ ਐਸਿਡ ਜਿਹੜਾ ਕਿ ਇਹਦੇ ਵਿੱਚ ਲਿਆ ਜਾ ਸਕਦਾ ਇਸਨੂੰ ਟੈਸਟ ਕਰਨ ਵਾਸਤੇ। ਦੂਸਰੇ ਸੈਂਪਲ ਦੇ ਵਿੱਚ ਅਸੀਂ ਖਾਰ ਦੇ ਵਿੱਚ ਅਸੀਂ ਇੱਥੇ ਕੈਲਸ਼ੀਅਮ ਹਾਈਡਰੋਕਸਾਈਡ ਦੀਆਂ ਕੁਝ ਬੂੰਦਾਂ ਜਿਹੜੀਆਂ ਹੈਗੀਆਂ ਇਸ ਪਰਖਣ ਵਿੱਚ ਐਡ ਕਰ ਲੈਣੀਆਂ ਜੋ ਖਾਰ ਦੇ ਸੈਂਪਲ ਦੇ ਤੌਰ ਤੇ ਕੰਮ ਕਰਨਗੀਆਂ। ਹੁਣ ਸਭ ਤੋਂ ਪਹਿਲਾਂ ਅਸੀਂ ਐਸਿਡ ਨੂੰ ਟੈਸਟ ਕਰਦੇ ਹੈਗੇ ਵੀ ਐਸਿਡ ਦੇ ਨਾਲ ਫੇਨੋਲਫਥਲੀਨ ਸੋਲੂਸ਼ਨ ਦੇ ਵਿੱਚ ਕੀ ਤਬਦੀਲੀ ਹੁੰਦੀ ਹੈ। ਅਸੀਂ ਇੱਕ ਜਾਂ ਦੋ ਬੂੰਦਾਂ ਜਿਹੜੀਆਂ ਫੇਨੋਲਫਥਲੀਨ ਸੋਲੂਸ਼ਨ ਦੇ ਵਿੱਚ ਪਾਉਂਦੇ ਹਾਂ। ਤੁਸੀਂ ਤਾਂ ਦੇਖੋਗੇ ਇਹਦੇ ਵਿੱਚ ਰੰਗ ਦੇ ਵਿੱਚ ਕੋਈ ਤਬਦੀਲੀ ਨਹੀਂ ਆ ਰਹੀ। ਹੁਣ ਜਿਵੇਂ ਖਾਰ ਦੇ ਵਿੱਚ ਕੈਲਸ਼ੀਅਮ ਹਾਈਡਰੋਕਸਾਈਡ ਦੇ ਵਿੱਚ ਅਸੀਂ ਇੱਕ ਜਾਂ ਦੋ ਬੂੰਦਾਂ ਵੀ ਪਾਉਂਗਾ ਫੇਨੋਲਫਥਲੀਨ ਸੋਲੂਸ਼ਨ ਦੀਆਂ ਤਾਂ ਦੇਖੋਗੇ ਇਸ ਦਾ ਕਲਰ ਡਾਰਕ ਪਿੰਕ ਕਲਰ ਦੇ ਵਿੱਚ
ਤਬਦੀਲ ਹੋ ਗਿਆ। ਬੱਚਿਓ, ਤੁਸੀਂ ਦੇਖਿਆ ਕਿ ਕਿਰਿਆਵਾਂ ਦੇ ਵਿੱਚ ਅਸੀਂ ਅਲੱਗ-ਅਲੱਗ ਤਰ੍ਹਾਂ ਦੇ ਸੂਚਕਾਂ ਦੀ ਜਦੋਂ ਤੇਜ਼ਾਬਾਂ ਅਤੇ ਖਾਰਾਂ ਦੇ ਨਾਲ ਕਿਰਿਆ ਕਰਵਾਈ ਤਾਂ ਉਹਨਾਂ ਦੇ ਰੰਗਾਂ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਨਾਲ ਪਰਿਵਰਤਨ ਆਇਆ। ਆਓ ਹੁਣ ਇਸ ਨੂੰ ਦੁਹਰਾ ਲੈਂਦੇ ਹਾਂ। ਜਦੋਂ ਲਾਲ ਲਿਟਮਸ ਪੇਪਰ ਦੇ ਉੱਤੇ ਤੇਜ਼ਾਬ ਦੀਆਂ ਕੁਝ ਬੂੰਦਾਂ ਪਾਈਆਂ ਜਾਂਦੀਆਂ ਹਨ ਤਾਂ ਇਸ ਦਾ ਰੰਗ ਪਰਿਵਰਤਿਤ ਨਹੀਂ ਹੁੰਦਾ, ਪਰੰਤੂ ਜਦੋਂ ਖਾਰ ਦੀਆਂ ਬੂੰਦਾਂ ਪਾਈਆਂ ਜਾਣ ਤਾਂ ਇਹ ਨੀਲੇ ਰੰਗ ਦਾ ਹੋ ਜਾਂਦਾ ਹੈ। ਇਸੇ ਪ੍ਰਕਾਰ ਨੀਲਾ ਲਿਟਮਸ ਪੇਪਰ ਤੇਜ਼ਾਬਾਂ ਦੀ ਮੌਜੂਦਗੀ ਦੇ ਵਿੱਚ ਲਾਲ ਰੰਗ ਦਿੰਦਾ ਹੈ, ਪਰ ਖਾਰਾਂ ਦੇ ਨਾਲ ਇਹ ਪਰਿਵਰਤਨ ਨਹੀਂ ਦਰਸਾਉਂਦਾ। ਹਲਦੀ ਦਾ ਪੀਲਾ ਘੋਲ ਤੇਜ਼ਾਬਾਂ ਦੇ ਨਾਲ ਕਿਰਿਆ ਕਰਕੇ ਪੀਲਾ ਹੀ ਰਹਿੰਦਾ ਹੈ, ਪਰੰਤੂ ਖਾਰਾਂ ਦੇ ਨਾਲ ਕਿਰਿਆ ਕਰਕੇ ਇਹ ਲਾਲ ਹੋ ਜਾਂਦਾ ਹੈ। ਚਾਈਨਾ ਰੋਜ਼ ਘੋਲ ਦਾ ਸੂਚਕ ਜਿਹੜਾ ਹੈ ਇਹ ਤੇਜ਼ਾਬਾਂ ਦੇ ਨਾਲ ਕਿਰਿਆ ਕਰਕੇ ਹਲਕਾ ਜਿਹਾ ਮੈਜੈਂਟਾ ਜਾਂ ਗੂੜਾ ਗੁਲਾਬੀ ਰੰਗ ਦਰਸਾਉਂਦਾ ਹੈ, ਪਰੰਤੂ ਖਾਰਾਂ ਦੇ ਨਾਲ ਕਿਰਿਆ ਕਰਕੇ ਇਹ ਹਰਾ ਰੰਗ ਪ੍ਰਦਾਨ ਕਰਦਾ ਹੈ। ਫਿਨੋਲਫਥਲੀਨ ਜਿਹੜਾ ਸੂਚਕ ਹੈ ਇਹ ਤੇਜ਼ਾਬਾਂ ਦੇ ਨਾਲ ਕਿਰਿਆ ਕਰਕੇ ਕੋਈ ਪਰਿਵਰਤਨ ਨਹੀਂ ਦਰਸਾਉਂਦਾ, ਪਰੰਤੂ ਖਾਰਾਂ ਦੇ ਨਾਲ ਇਹ ਗੁਲਾਬੀ ਰੰਗ ਦਿੰਦਾ ਹੈ। ਮਿਥਾਈਲ ਔਰੇਂਜ ਦਾ ਸੂਚਕ ਤੇਜ਼ਾਬਾਂ ਦੇ ਨਾਲ ਕੋਈ ਪਰਿਵਰਤਨ ਨਹੀਂ ਦਰਸਾਉਂਦਾ, ਲੇਕਿਨ ਖਾਰਾਂ ਦੇ ਨਾਲ ਇਹ ਪੀਲਾ ਰੰਗ ਪਰਿਵਰਤਿਤ ਕਰ ਦਿੰਦਾ ਹੈ। ਆਓ ਬੱਚਿਓ, ਹੁਣ ਅਸੀਂ ਤੇਜ਼ਾਬਾਂ ਅਤੇ ਖਾਰਾਂ ਦੇ ਗੁਣਾਂ ਬਾਰੇ ਚਰਚਾ ਕਰਾਂਗੇ। ਇਸ ਦੇ ਲਈ ਸਭ ਤੋਂ ਪਹਿਲਾਂ ਅਸੀਂ ਤੇਜ਼ਾਬਾਂ ਦੀ ਧਾਤਾਂ ਨਾਲ ਹੋਣ ਵਾਲੀ ਰਸਾਇਣਿਕ ਕਿਰਿਆ ਨੂੰ ਦੇਖਦੇ ਹਾਂ। ਸੋ ਅਗਲੀ ਕਿਰਿਆ ਵਿੱਚ ਅਸੀਂ ਕਿਸੇ ਧਾਤ ਦੀ ਕਿਸੇ ਐਸਿਡ ਦੇ ਨਾਲ ਕਿਰਿਆ ਕਰਕੇ ਦੇਖਣੀ ਹੈਗੀ ਹੈ। ਜੋ ਇਹ ਲਈ ਸਮਾਨ ਸਾਨੂੰ ਚਾਹੀਦਾ ਹੈ ਉਹ ਇੱਕ ਧਾਤ ਚਾਹੀਦੀ ਹੈਗੀ ਹੈ। ਧਾਤ ਦੇ ਵਿੱਚ ਅਸੀਂ ਇੱਥੇ ਜ਼ਿੰਕ ਦੇ ਟੁਕੜੇ ਵਰਤੋਂ ਵਿੱਚ ਲਿਆ ਰਹੇ ਹਾਂ। ਐਸਿਡ ਦੇ ਲਈ ਅਸੀਂ ਇੱਥੇ ਪਤਲਾ ਹਾਈਡਰੋਕਲੋਰਿਕ ਐਸਿਡ ਜਿਹੜਾ ਹੈ ਉਸ ਦੀ ਵਰਤੋਂ ਕਰ ਰਹੇ ਹਾਂ, HCl, ਤੇ ਇੱਕ ਪਰਖੰਡੀ ਚਾਹੀਦੀ ਸਾਨੂੰ ਤੇ ਇੱਕ ਸਟੈਂਡ। ਸੋ ਪਹਿਲਾਂ ਇਸ ਕਿਰਿਆ ਨੂੰ ਪਰਫਾਰਮ ਕਰਨ ਲੱਗੇ ਇੱਕ ਗੱਲ ਜ਼ਰੂਰ ਧਿਆਨ ਰੱਖਣੀ ਹੈਗੀ ਤੁਸੀਂ ਵੀ ਇਹ ਕਿਰਿਆ ਕਾਫੀ ਡੇਂਜਰਸ ਹੈਗੀ ਹੈ, ਇਸ ਨੂੰ ਬਹੁਤ ਧਿਆਨ ਦੇ ਨਾਲ ਹੈਂਡਲ ਕਰਨਾ ਹੈ। ਸੋ ਪਰਖਣ ਲਈ ਵਿੱਚ ਅਸੀਂ ਜ਼ਿੰਕ ਦੇ ਕੁਝ ਟੁਕੜੇ ਜਿਹੜੇ ਹੈਗੇ ਪਹਿਲਾਂ ਸਟਾਰਟ ਦੇ ਵਿੱਚ ਅਸੀਂ ਇਹਦੇ ਵਿੱਚ ਐਡ ਕਰ ਲੈਣੇ ਹੈਗੇ ਹੈ। ਇਸ ਤੋਂ ਬਾਅਦ ਇਹਦੇ ਵਿੱਚ ਜਦੋਂ ਅਸੀਂ ਐਸਿਡ ਪਾਵਾਂਗੇ ਤਾਂ ਹੋਣ ਵਾਲੀ ਕਿਰਿਆ ਤੁਸੀਂ ਧਿਆਨ ਨਾਲ ਦੇਖਣਾ। ਤੁਸੀਂ ਦੇਖੋਗੇ ਜਦੋਂ ਮੈਂ ਇਹਦੇ ਵਿੱਚ ਐਸਿਡ ਪਾਊਂਗਾ ਤਾਂ ਬਹੁਤ ਤੇਜ਼ੀ ਨਾਲ ਇਹਦੇ ਵਿੱਚੋਂ ਬੁਲਬੁਲੇ ਨਿਕਲਣੇ ਸ਼ੁਰੂ ਹੋਣਗੇ। ਇਹਦਾ ਮਤਲਬ ਤੁਹਾਨੂੰ ਇਹ ਪਤਾ ਲੱਗ ਰਿਹਾ ਵੀ ਜਦੋਂ ਇਹ ਕਿਰਿਆ ਹੁੰਦੀ ਹੈਗੀ ਤਾਂ ਕੋਈ ਗੈਸ ਦੇ ਰੂਪ ਦੇ ਵਿੱਚ ਬੁਲਬੁਲੇ ਜਿਹੜੇ ਵਿੱਚ ਪੈਦਾ ਹੁੰਦੇ, ਉਹ ਗੈਸ ਕਿਹੜੀ ਪੈਦਾ ਹੁੰਦੀ ਹੈਗੀ ਹੈ ਉਸ ਦੀ ਆਪਾਂ ਅੱਗੇ ਜਾ ਕੇ ਪਰਖ ਕਰਾਂਗੇ। ਸੋ ਇਸ ਕਿਰਿਆ ਤੁਸੀਂ ਦੇਖਣਾ ਤੁਸੀਂ ਇਹਦੇ ਵਿੱਚ। ਸੋ ਧਿਆਨ ਨਾਲ ਦੇਖੋਗੇ ਜਦੋਂ ਮੈਂ ਇਹਦੇ ਵਿੱਚ ਐਸਿਡ ਪਾਇਆ ਗਿਆ ਤਾਂ ਇਹਦੇ ਵਿੱਚ ਬੁਲਬੁਲੇ ਜਿਹੜੇ ਹੈਗੇ ਪ੍ਰੋਡਿਊਸ ਕਰਨੇ ਸ਼ੁਰੂ ਹੋ ਗਏ। ਇਸ ਗੈਸ ਨੂੰ ਟੈਸਟ ਕਰਨ ਦੇ ਲਈ ਮੈਂ ਇਸ ਦੇ ਨੇੜੇ ਜਿਹੜੇ ਪਰਖਣ ਦੇ ਮੂੰਹ ਦੇ ਨੇੜੇ ਮਾਚ ਦੀ ਤੀਲੀ ਲੈ ਕੇ ਜਾਣਾ। ਤੁਸੀਂ ਦੇਖੋਗੇ ਇੱਕ ਪੱਪ ਦੀ ਸਾਊਂਡ ਦੀ ਆਵਾਜ਼ ਆਈ ਤੇ ਪਰਖਣ ਜਿਹੜੀ ਹੈਗੀ ਹੈ ਵਿੱਚ ਪੈਦਾ ਹੋਣ ਵਾਲੀ ਗੈਸ ਜਿਹੜੀ ਹੈ ਉਸ ਦੀ ਲਾਟ ਸਾਨੂੰ ਕਲੀਅਰਲੀ ਦਿਖਾਈ ਦੇ ਰਹੀ ਹੈਗੀ ਹੈ। ਸੋ ਇਹ ਗੈਸ ਜਿਹੜੀ ਪੈਦਾ ਹੋ ਰਹੀ ਹੈ ਹਾਈਡਰੋਜਨ ਗੈਸ ਹੈਗੀ ਹੈ। ਇਹਦਾ ਟੈਸਟ ਅਸੀਂ ਕਿਵੇਂ ਕੀਤਾ ਵੀ ਉਹ ਪੱਪ ਦੀ ਸਾਊਂਡ ਦੇ ਨਾਲ ਬੰਦ ਕਰਦੀ ਹੈ ਤੇ ਬਹੁਤ ਤੇਜ਼ੀ ਦੇ ਨਾਲ ਇਸ ਨੂੰ ਅੱਗ ਲੱਗਦੀ ਹੈਗੀ ਹੈ। ਸੋ ਆਪਾਂ ਇਹ ਆਖ ਸਕਦੇ ਹਾਂ ਵੀ ਜਦੋਂ ਵੀ ਕੋਈ ਐਸਿਡ ਜਿਹੜਾ ਹੈਗਾ ਉਹ ਕਿਸੇ ਧਾਤ ਦੇ ਨਾਲ ਕਿਰਿਆ ਕਰਦਾ ਹੈ ਤਾਂ ਆਮ ਤੌਰ ਤੇ ਹਾਈਡਰੋਜਨ ਗੈਸ ਪੈਦਾ ਹੁੰਦੀ ਹੈ, ਜਿਸ ਨੂੰ ਅਸੀਂ ਟੈਸਟ ਕਰਨ ਦੇ ਲਈ ਉੱਥੇ ਜਦੋਂ ਮਾਚ ਦੀ ਤੀਲੀ ਬਲਦੀ ਹੋਈ ਉਹਦੇ ਕੋਲ ਲੈ ਕੇ ਆਉਂਦੇ ਕਿ ਤੇ ਇੱਕ ਪੱਪ ਸਾਊਂਡ ਦੇ ਨਾਲ ਜਾਂ ਇੱਕ ਦਾਣੇ ਭੁੱਜਣ ਦੀ ਸਾਊਂਡ ਦੇ ਨਾਲ ਉਸ ਨੂੰ ਅੱਗ ਲੱਗਦੀ ਹੈ। ਤਾਂ ਬੱਚਿਓ, ਹੁਣੇ ਤੁਸੀਂ ਕਿਰਿਆ ਦੇ ਵਿੱਚ ਦੇਖਿਆ ਕਿ ਜ਼ਿੰਕ ਧਾਤ ਹਾਈਡਰੋਕਲੋਰਿਕ ਤੇਜ਼ਾਬ ਦੇ ਨਾਲ ਕਿਰਿਆ ਕਰਕੇ ਹਾਈਡਰੋਜਨ ਗੈਸ ਪੈਦਾ ਕਰਦੀ ਹੈ ਅਤੇ ਨਾਲ ਹੀ ਜ਼ਿੰਕ ਕਲੋਰਾਈਡ ਦੇ ਲੂਣ ਦੀ ਉਤਪत्ति ਹੁੰਦੀ ਹੈ। ਤਾਂ ਇਸ ਕਿਰਿਆ ਤੋਂ ਸਾਡਾ ਕੀ ਸਿੱਟਾ ਨਿਕਲਦਾ ਹੈ ਕਿ ਜਿਹੜੀਆਂ ਧਾਤਾਂ ਨੇ ਉਹ ਤੇਜ਼ਾਬਾਂ ਦੇ ਨਾਲ ਕਿਰਿਆ ਕਰਕੇ ਲੂਣ ਅਤੇ ਹਾਈਡਰੋਜਨ ਗੈਸ ਦੀ ਉਤਪत्ति ਕਰਦੀਆਂ ਹਨ। ਇਸੇ ਪ੍ਰਕਾਰ ਜਿਹੜੀਆਂ ਖਾਰਾਂ ਨੇ ਉਹ ਧਾਤਾਂ ਦੇ ਨਾਲ ਕਿਰਿਆ ਕਰਕੇ ਹਾਈਡਰੋਜਨ ਗੈਸ ਦੀ ਉਤਪत्ति ਕਰਦੀਆਂ ਹਨ ਅਤੇ ਨਾਲ ਹੀ ਲੂਣ ਪੈਦਾ ਕਰਦੀਆਂ ਹਨ। ਜਿਸ ਤਰ੍ਹਾਂ ਕਿ ਤੁਹਾਡੇ ਸਾਹਮਣੇ ਉਦਾਹਰਣ ਹੈ ਸੋਡੀਅਮ ਹਾਈਡਰੋਕਸਾਈਡ ਦੀ, ਜਿਹੜੀ ਜ਼ਿੰਕ ਦੇ ਨਾਲ ਕਿਰਿਆ ਕਰਕੇ ਸੋਡੀਅਮ ਜ਼ਿੰਕੇਟ ਅਤੇ ਹਾਈਡਰੋਜਨ ਗੈਸ ਦੀ ਉਤਪत्ति ਕਰ ਰਹੀ ਹੈ। ਪਰੰਤੂ ਬੱਚਿਓ, ਇੱਥੇ ਮੈਂ ਤੁਹਾਨੂੰ ਇੱਕ ਗੱਲ ਕਲੀਅਰ ਕਰ ਦੇਣਾ ਚਾਹੁੰਦੀ ਹਾਂ ਕਿ ਸਾਰੀਆਂ ਖਾਰਾਂ ਨੇ ਜਿਹੜੀਆਂ ਉਹ ਸਾਰੀਆਂ ਧਾਤਾਂ ਦੇ ਨਾਲ ਕਿਰਿਆ ਕਰਕੇ ਹਾਈਡਰੋਜਨ ਗੈਸ ਦੀ ਉਤਪत्ति ਨਹੀਂ ਕਰਦੀਆਂ। ਇਹ ਕੁਝ ਹੀ ਜਿਹੜੀਆਂ ਧਾਤਾਂ ਨੇ ਉਹ ਹਾਈਡਰੋਜਨ ਗੈਸ ਦੀ ਉਤਪत्ति ਕਰਦੀਆਂ ਹਨ ਅਤੇ ਬਾਕੀ ਸਿਰਫ ਲੂਣ ਪੈਦਾ ਕਰਦੀਆਂ ਹਨ।
ਪਿਆਰੇ ਵਿਦਿਆਰਥੀਓ, ਆਓ ਹੁਣ ਅਸੀਂ ਧਾਤਾਂ ਦੇ ਕਾਰਬੋਨੇਟਾਂ ਅਤੇ ਹਾਈਡਰੋਜਨ ਕਾਰਬੋਨੇਟਾਂ ਦੀ ਤੇਜ਼ਾਬਾਂ ਦੇ ਨਾਲ ਹੋਣ ਵਾਲੀ ਕਿਰਿਆ ਨੂੰ ਦੇਖੀਏ। ਸੋ ਅਗਲੀ ਕਿਰਿਆ ਦੇ ਵਿੱਚ ਅਸੀਂ ਕਿਸੇ ਤੇਜ਼ਾਬ ਵਿੱਚ ਅਸੀਂ ਹਾਈਡਰੋਕਲੋਰਿਕ ਐਸਿਡ ਵਰਤੋਂ ਵਿੱਚ ਲਿਆ ਰਹੇ ਹਾਂ, ਕਿਸੇ ਧਾਤ ਦੇ ਕਾਰਬੋਨੇਟ ਜਿਹੜਾ ਕਿ ਅਸੀਂ ਇੱਥੇ ਸੋਡੀਅਮ ਕਾਰਬੋਨੇਟ ਵਰਤੋਂ ਵਿੱਚ ਲਿਆ ਰਹੇ ਹਾਂ, ਤੇ ਧਾਤ ਦੇ ਹਾਈਡਰੋਕਾਰਬੋਨੇਟ ਜਿਹੜਾ ਕਿ ਅਸੀਂ ਸੋਡੀਅਮ ਬਾਈਕਾਰਬੋਨੇਟ ਜਾਂ ਜਿਹਨੂੰ ਆਪਾਂ ਸੋਡੀਅਮ ਹਾਈਡਰੋਜਨ ਕਾਰਬੋਨੇਟ ਆਖਦੇ ਹੈਗੇ ਆ, ਜੋ ਕਿ ਮਿੱਠੇ ਸੋਡੇ ਦੇ ਤੌਰ ਤੇ ਉਪਯੋਗ ਵਿੱਚ ਲਿਆਂਦੇ ਜਾਂਦੇ, ਉਸ ਦੀ ਵਰਤੋਂ ਕਰਾਂਗੇ। ਸੋ ਇਸ ਕਿਰਿਆ ਨੂੰ ਕਰਨ ਦੇ ਲਈ ਸਾਡੇ ਕੋਲ ਧਾਤ ਦਾ ਕਾਰਬੋਨੇਟ ਆ ਗਿਆ, ਧਾਤ ਦਾ ਬਾਈਕਾਰਬੋਨੇਟ ਆ ਗਿਆ, ਤੁਹਾਡੇ ਕੋਲੇ ਇੱਕ ਐਸਿਡ ਆ ਗਿਆ ਹੈਗਾ, ਦੂਸਰਾ ਸਾਨੂੰ ਚਾਹੀਦਾ ਚੂਨੇ ਦਾ ਪਾਣੀ, ਕਿਉਂਕਿ ਇਸ ਕਿਰਿਆ ਵਿੱਚ ਜਿਹੜੀ ਪੈਦਾ ਹੋਣ ਵਾਲੀ ਗੈਸ ਹੈਗੀ ਉਹ ਕਾਰਬਨ ਡਾਈਆਕਸਾਈਡ ਗੈਸ ਹੁੰਦੀ ਹੈ। ਸੋ ਉਸ ਨੂੰ ਪਰਖ ਕਰਨ ਦੇ ਲਈ ਅਸੀਂ ਚੂਨੇ ਦੇ ਪਾਣੀ ਦੀ ਵਰਤੋਂ ਕਰਾਂਗੇ। ਸਾਨੂੰ ਪਤਾ ਵੀ ਜਿਹੜੀ ਕਾਰਬਨ ਡਾਈਆਕਸਾਈਡ ਗੈਸ ਹੈ ਉਹ ਚੂਨੇ ਦੇ ਪਾਣੀ ਦੇ ਰੰਗ ਨੂੰ ਦੁਧੀਆ ਕਰ ਦਿੰਦੀ ਹੈ। ਸੋ ਐਕਟੀਵਿਟੀ ਪਰਫਾਰਮ ਕਰਨ ਤੋਂ ਪਹਿਲਾਂ ਅਸੀਂ ਕੀ ਕਰਾਂਗੇ ਵੀ ਇਸ ਚੂਨੇ ਦੇ ਪਾਣੀ ਦੀ ਕੁਝ ਮਾਤਰਾ ਜਿਹੜੀ ਹੈਗੀ ਹੈ ਇੱਕ ਪਰਖਣ ਦੇ ਵਿੱਚ ਪਹਿਲਾਂ ਤੋਂ ਹੀ ਐਡ ਕਰਕੇ ਰੱਖ ਲਾਂਗੇ, ਤਾਂ ਕਿ ਜਦੋਂ ਅਸੀਂ ਚੂਨੇ ਦੇ ਪਾਣੀ ਦੇ ਵਿੱਚ ਕਾਰਬਨ ਡਾਈਆਕਸਾਈਡ ਗੈਸ ਜਿਹੜੀ ਹੈਗੀ ਹੈ ਨਿਗਾਈਏ ਤਾਂ ਉਸ ਦੇ ਰੰਗ ਵਿੱਚ ਹੋਣ ਵਾਲੀ ਤਬਦੀਲੀ ਨੂੰ ਅਸੀਂ ਨੋਟ ਕਰਦੇ। ਤੁਸੀਂ ਦੇਖੋ ਇਸ ਪਰਖਣ ਦੇ ਵਿੱਚ ਜਦੋਂ ਤੁਸੀਂ ਦੇਖਦੇ ਬਿਲਕੁਲ ਕਲੀਅਰ ਪਾਣੀ ਵਾਂਗੂ ਬਿਲਕੁਲ ਕਲੀਅਰ ਹੈਗੇ ਚੂਨੇ ਦਾ ਪਾਣੀ ਜਿਹੜਾ ਹੈਗਾ ਤੁਹਾਡੇ ਕੋਲੇ, ਜਾਂ ਜਿਹਨੂੰ ਆਪਾਂ ਲਾਈਮ ਵਾਟਰ ਆਖਦੇ ਹਾਂ। ਸੋ ਇਸ ਕਿਰਿਆ ਨੂੰ ਪਰਫਾਰਮ ਕਰਨ ਤੋਂ ਪਹਿਲੇ ਅਸੀਂ ਕੀ ਕਰ ਲਿਆ ਹੈਗਾ ਵੀ ਇਹ ਡਿਲੀਵਰੀ ਟਿਊਬ ਦਾ ਇੱਕ ਸਿਰਾ ਜਿਹੜਾ ਹੈਗਾ ਪਹਿਲਾਂ ਤੋਂ ਚੂਨੇ ਦੇ ਪਾਣੀ ਦੇ ਵਿੱਚ ਜਿਹੜਾ ਡੁਬੋ ਲਿਆ ਹੈਗਾ, ਤੇ ਦੂਸਰੀ ਪਰਖਣਲੀ ਦੇ ਵਿੱਚ ਜਿਹਦੇ ਵਿੱਚ ਅਸੀਂ ਇਹ ਕਿਰਿਆ ਪਰਫਾਰਮ ਕਰਨੀ ਹੈਗੀ ਹੈ, ਉਸ ਪਰਖਣਲੀ ਦੇ ਵਿੱਚ ਅਸੀਂ ਕੁਝ ਮਾਤਰਾ ਦੇ ਵਿੱਚ ਅਸੀਂ ਸੋਡੀਅਮ ਕਾਰਬੋਨੇਟ ਦੇ 1 ਜਾਂ 2 ਗ੍ਰਾਮ ਅਸੀਂ ਇਹਦੇ ਵਿੱਚ ਐਡ ਕਰਾਂਗੇ। ਆ ਸੋਡੀਅਮ ਕਾਰਬੋਨੇਟ ਇੱਕ ਪਾਊਡਰ ਦੇ ਰੂਪ ਵਿੱਚ ਤੁਸੀਂ ਦੇਖ ਸਕਦੇ ਹੈਗੇ, ਇਸ ਦੀ ਕੁਝ ਮਾਤਰਾ ਜਿਹੜੀ ਅਸੀਂ ਪਰਖਣਲੀ ਵਿੱਚ ਐਡ ਕਰ ਲਈ। ਹੁਣ ਜਦੋਂ ਹੀ ਅਸੀਂ ਇਸ ਵਿੱਚ ਐਸਿਡ ਪਾਵਾਂਗੇ ਤਾਂ ਐਸਿਡ ਪਾਉਣ ਤੋਂ ਨਾਲ ਹੀ ਅਸੀਂ ਇਸ ਨੂੰ ਕੋਰਕ ਦੇ ਨਾਲ ਕਵਰ ਕਰ ਦੇਣਾ, ਤਾਂ ਕਿ ਇਹਦੇ ਵਿੱਚ ਪੈਦਾ ਹੋਣ ਵਾਲੀ ਗੈਸ ਜਿਹੜੀ ਦੂਸਰੀ ਪਰਖਣਲੀ ਦੇ ਵਿੱਚ ਦੀ ਪਹੁੰਚ ਸਕੇ। ਸੋ ਇਹ ਬਹੁਤ ਤੇਜ਼ ਹੋਣ ਵਾਲੀ ਕਿਰਿਆ ਹੈਗੀ ਹੈ। ਸੋ ਜਦੋਂ ਹੀ ਇਹਦੇ ਵਿੱਚ ਗੈਸ ਜਿਹੜੀ ਪ੍ਰੋਡਿਊਸ ਹੋਣ ਲੱਗ ਪਈ, ਮੈਂ ਇਹਨੂੰ ਕੋਰਕ ਲਾਤਾ, ਦੂਜੇ ਪਾਸੇ ਤੁਸੀਂ ਦੇਖੋਗੇ ਗੈਸ ਜਿਹੜੀ ਹੈਗੀ ਹੈ ਦੂਸਰੀ ਹੀ ਪਰਖਣੀ ਵਿੱਚ ਜਾ ਰਹੀ ਹੈ, ਤਾਂ ਉਹਦੇ ਵਿੱਚ ਹੋਣ ਵਾਲਾ ਰੰਗ ਤੁਸੀਂ ਇੱਥੇ ਨੋਟ ਕਰੋਗੇ। ਪਰਖਣੀ ਵਿੱਚ ਜਿਹੜੀ ਹੈਗੀ ਹੈ ਇਹਦਾ ਰੰਗ ਜਿਹੜਾ ਚੂਨੇ ਦੇ ਪਾਣੀ ਦਾ ਰੰਗ ਜਿਹੜਾ ਕਿ ਦੁਧੀਆ ਹੋ ਚੁੱਕਾ ਹੈ। ਸੋ ਜਿਸ ਤੋਂ ਇਹ ਸਿੱਧ ਹੁੰਦਾ ਗਿਆ ਵੀ ਜਦੋਂ ਵੀ ਅਸੀਂ ਧਾਤ ਦੇ ਕਾਰਬੋਨੇਟ ਦੀ ਕਿਸੇ ਤੇਜ਼ਾਬ ਨਾਲ ਕਿਰਿਆ ਕਰਦੇ ਹਾਂ ਤਾਂ ਪੈਦਾ ਹੋਣ ਵਾਲੀ ਗੈਸ ਜਿਹੜੀ ਕਾਰਬਨ ਡਾਈਆਕਸਾਈਡ ਹੁੰਦੀ ਹੈ, ਜਿਹੜੀ ਕਿ ਚੂਨੇ ਦੇ ਪਾਣੀ ਨੂੰ ਕੀ ਕਰ ਦਿੰਦੀ ਹੈਗੀ ਹੈ, ਦੁਧੀਆ ਕਰ ਦਿੰਦੀ ਹੈ। ਕਿਰਿਆ ਦੇ ਦੂਸਰੇ ਭਾਗ ਦੇ ਵਿੱਚ ਹੁਣ ਅਸੀਂ ਇਹੀ ਕਿਰਿਆ ਜਿਹੜੀ ਪਰਫਾਰਮ ਕਰਾਂਗੇ। ਹੁਣ ਅਸੀਂ ਸੋਡੀਅਮ ਕਾਰਬੋਨੇਟ ਨਾਲ ਯੂਜ਼ ਕਰਕੇ ਸੋਡੀਅਮ ਬਾਈਕਾਰਬੋਨੇਟ ਜਾਂ ਸੋਡੀਅਮ ਹਾਈਡਰੋਜਨ ਕਾਰਬੋਨੇਟ ਦੀ ਵਰਤੋਂ ਕਰਾਂਗੇ। ਅੱਗੇ ਵਾਂਗੂ ਹੀ ਆ ਪਰਖਣਲੀ ਦੇ ਵਿੱਚ ਅਸੀਂ ਪਹਿਲਾਂ ਤੋਂ ਹੀ ਜਿਹੜਾ ਚੂਨੇ ਦਾ ਤਾਜ਼ਾ ਤਿਆਰ ਕੀਤਾ ਹੋਇਆ ਪਾਣੀ ਜਿਹੜਾ ਇਹਦੇ ਵਿੱਚ ਐਡ ਕਰ ਲਿਆ ਗਿਆ। ਇਹਦੇ ਵਿੱਚ ਅਸੀਂ ਡਿਲੀਵਰੀ ਟਿਊਬ ਦਾ ਪਹਿਲਾਂ ਤੋਂ ਹੀ ਜਿਹੜਾ ਇੱਕ ਸਿਰਾ ਜਿਹੜਾ ਡੁਬੋ ਕੇ ਰੱਖ ਲੈਂਦੇ ਹੈਗੇ ਆ, ਤੇ ਇਸ ਪਰਖਣਲੀ ਦੇ ਵਿੱਚ ਮੈਂ ਦੂਸਰੀ ਪਰਖਣਲੀ ਵਿੱਚ ਇਸ ਸੋਡੀਅਮ ਬਾਈਕਾਰਬੋਨੇਟ ਦੇ ਕੁਝ ਪਾਊਡਰ ਜਿਹੜਾ ਕਿ ਇਸ ਵਿੱਚ ਐਡ ਕਰ ਦਾਂਗੇ। ਮਿੱਠਾ ਸੋਡਾ ਹੀ ਹੁੰਦਾ ਜਿਹੜਾ ਅਸੀਂ ਘਰੋਂ ਵਿੱਚ ਵਰਤੋਂ ਵਿੱਚ ਲਿਆਉਂਦੇ ਹਾਂ। ਹੁਣ ਇਹਦੇ ਵਿੱਚ ਐਸਿਡ ਪਾਉਣ ਤੋਂ ਬਾਅਦ ਫਿਰ ਮੈਂ ਇੱਕ ਵਾਰੀ ਇਸ ਨੂੰ ਜਿਹੜਾ ਹੈ ਉਸੇ ਤਰ੍ਹਾਂ ਜਿਹੜੇ ਡਿਲੀਵਰੀ ਟਿਊਬ ਦੇ ਨਾਲ ਕਵਰ ਕਰੂੰਗਾ। ਇੱਕਦਮ ਜਿਹੜੀ ਅਬਰਪਟ ਕਿਰਿਆ ਹੁੰਦੀ ਹੈਗੀ ਹੈ, ਤਾਂ ਤੁਸੀਂ ਇਸ ਕੇਸ ਦੇ ਵਿੱਚ ਵੀ ਜਿਹੜਾ ਤੁਸੀਂ ਨੋਟ ਕੀਤਾ ਵੀ ਸੋਡੀਅਮ ਬਾਈਕਾਰਬੋਨੇਟ ਦੇ ਨਾਲ ਜਿਹੜੀ ਕਿਰਿਆ ਹੁੰਦੀ ਹੈਗੀ ਹੈ ਉਹ ਵੀ ਚੂਨੇ ਦੇ ਪਾਣੀ ਦੇ ਰੰਗ ਨੂੰ ਕੀ ਕਰ ਰਹੀ ਹੈ, ਇੱਕ ਵਾਰੀ ਫੇਰ ਤੋਂ ਦੁਧੀਆ ਕਰ ਰਹੀ ਹੈ, ਜਿਸ ਤੋਂ ਇਹ ਸਿੱਧ ਹੋ ਰਿਹਾ ਹੈਗਾ ਵੀ ਇਸ ਵਾਰੀ ਵੀ ਜਿਹੜੀ ਪੈਦਾ ਹੋ ਰਹੀ ਗੈਸ ਜਿਹੜੀ ਹੈਗੀ ਆ ਉਹ ਕਾਰਬਨ ਡਾਈਆਕਸਾਈਡ ਹੈ। ਬੱਚਿਓ, ਕਿਰਿਆ ਦੇ ਵਿੱਚ ਤੁਸੀਂ ਦੇਖਿਆ ਕਿ ਧਾਤ ਦੇ ਕਾਰਬੋਨੇਟ ਜਦੋਂ ਤੇਜ਼ਾਬਾਂ ਦੇ ਨਾਲ ਕਿਰਿਆ ਕਰਦੇ ਹਨ ਤਾਂ ਕਾਰਬਨ ਡਾਈਆਕਸਾਈਡ ਗੈਸ ਦੀ ਉਤਪਤੀ ਹੁੰਦੀ ਹੈ। ਪਰੰਤੂ ਇਸ ਸਮੀਕਰਨ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜਦੋਂ ਸੋਡੀਅਮ ਕਾਰਬੋਨੇਟ HCl ਦੇ ਨਾਲ ਕਿਰਿਆ ਕਰ ਰਿਹਾ ਹੈ ਤਾਂ ਉਸ ਤੋਂ ਬਾਅਦ ਕਾਰਬਨ ਡਾਈਆਕਸਾਈਡ ਤਾਂ ਪੈਦਾ ਹੋ ਹੀ ਰਹੀ ਹੈ, ਨਾਲ ਦੀ ਨਾਲ ਸੋਡੀਅਮ ਕਲੋਰਾਈਡ ਲੂਣ ਵੀ ਪੈਦਾ ਹੋ ਰਿਹਾ ਹੈ ਅਤੇ ਪਾਣੀ ਦੀ ਵੀ ਉਤਪਤੀ ਹੁੰਦੀ ਹੈ। ਇਸੇ ਪ੍ਰਕਾਰ ਅਗਲੀ ਕਿਰਿਆ ਦੇ ਵਿੱਚ ਸੋਡੀਅਮ ਹਾਈਡਰੋਜਨ ਕਾਰਬੋਨੇਟ ਜਦੋਂ HCl ਦੇ ਨਾਲ ਕਿਰਿਆ ਕਰਦਾ ਹੈ ਤਾਂ ਉਸੇ ਪ੍ਰਕਾਰ ਕਾਰਬਨ ਡਾਈਆਕਸਾਈਡ ਗੈਸ ਤਾਂ ਉਤਪੰਨ ਹੋ ਹੀ ਰਹੀ ਹੈ, ਨਾਲ ਦੀ ਨਾਲ NaCl ਲੂਣ ਅਤੇ ਪਾਣੀ ਵੀ ਉਤਪੰਨ ਹੋ ਰਿਹਾ ਹੈ। ਹੁਣ ਇਸ ਤੋਂ ਬਾਅਦ ਤੁਸੀਂ ਜਿਹੜੀ ਤੀਸਰੀ ਕਿਰਿਆ ਦੇਖੀ ਉਸ ਦੇ ਵਿੱਚ ਕਾਰਬਨ ਡਾਈਆਕਸਾਈਡ ਗੈਸ ਦੀ ਉਤਪਤੀ ਦੀ ਪੁਸ਼ਟੀ ਕਰਨ ਦੇ ਲਈ ਅਸੀਂ ਉਸ ਨੂੰ ਚੂਨੇ ਦੇ ਪਾਣੀ ਦੇ ਵਿੱਚੋਂ ਲੰਘਾਇਆ ਤਾਂ ਅਸੀਂ ਦੇਖਿਆ ਕਿ ਚੂਨੇ ਦਾ ਪਾਣੀ ਦੁਧੀਆ ਹੋ ਗਿਆ। ਪਰੰਤੂ ਇਹ ਦੁਧੀਆ ਕਿਉਂ ਹੋਇਆ? ਕੈਲਸ਼ੀਅਮ ਕਾਰਬੋਨੇਟ ਦਾ ਜਿਹੜਾ ਲੂਣ ਬਣਦਾ ਹੈ ਇਸ ਦਾ ਚਿੱਟਾ ਅਵਖੇਪ, ਇਸ ਦੇ ਵਾਈਟ ਪ੍ਰੈਸਿਪੀਟੇਟਸ ਉਸ ਦੇ ਵਿੱਚ ਬਣ ਜਾਂਦੇ ਹਨ, ਜਿਹੜੇ ਕਿ ਪਾਣੀ ਦੇ ਵਿੱਚ ਉਸੇ ਪ੍ਰਕਾਰ ਰਹਿੰਦੇ ਹਨ
ਘੁਲਦੇ ਨਹੀਂ। ਅਘੁਲਣਸ਼ੀਲ ਹੋਣ ਦੇ ਕਾਰਨ ਉਹ ਦੁਧੀਆਪਨ ਚੂਨੇ ਦੇ ਪਾਣੀ ਨੂੰ ਦੇ ਦਿੰਦੇ ਹਨ। परंतु ਇਹ ਕਿਰਿਆ ਅਗਰ ਲੰਬੇ ਸਮੇਂ ਦੇ ਲਈ ਕਰਵਾਈ ਜਾਵੇ, ਯਾਨੀ ਕਿ ਚੂਨੇ ਦੇ ਪਾਣੀ ਦੇ ਵਿੱਚ ਕਾਰਬਨ ਡਾਈਆਕਸਾਈਡ ਗੈਸ ਨੂੰ ਜ਼ਿਆਦਾ ਸਮੇਂ ਦੇ ਲਈ ਲੰਘਾਇਆ ਜਾਵੇ, ਤਾਂ ਕੈਲਸ਼ੀਅਮ ਕਾਰਬੋਨੇਟ ਦੀ ਜਗ੍ਹਾ ਕੈਲਸ਼ੀਅਮ ਹਾਈਡਰੋਜਨ ਕਾਰਬੋਨੇਟ ਗੈਸ ਦੀ ਲੂਣ ਦੀ ਉਤਪत्ति ਹੋ ਜਾਂਦੀ ਹੈ, ਜਿਹੜਾ ਕਿ ਪਾਣੀ ਦੇ ਵਿੱਚ ਘੁਲਣਸ਼ੀਲ ਹੈ, ਜਿਸ ਦੇ ਕਰਕੇ ਉਹ ਦੁਧੀਆਪਣ ਹੌਲੀ-ਹੌਲੀ ਖਤਮ ਹੋ ਜਾਂਦਾ ਹੈ। ਤਾਂ ਅਸੀਂ ਬੱਚਿਓ ਇਹਨਾਂ ਕਿਰਿਆਵਾਂ ਦਾ ਕੀ ਸਿੱਟਾ ਕੱਢਦੇ ਹਾਂ ਕਿ ਜਦੋਂ ਧਾਤ ਦੇ ਕਾਰਬੋਨੇਟ ਅਤੇ ਬਾਈਕਾਰਬੋਨੇਟ ਤੇਜ਼ਾਬਾਂ ਦੇ ਨਾਲ ਕਿਰਿਆ ਕਰਦੇ ਹਨ ਤਾਂ ਯਾਦ ਰੱਖਣਾ ਹੈ ਕਾਰਬਨ ਡਾਈਆਕਸਾਈਡ ਗੈਸ ਪੈਦਾ ਹੁੰਦੀ ਹੈ, ਨਾਲ ਹੀ ਲੂਣ ਅਤੇ ਪਾਣੀ ਵੀ ਪੈਦਾ ਹੁੰਦੇ ਹਨ। ਇਹਨਾਂ ਕਿਰਿਆਵਾਂ ਤੋਂ ਬਾਅਦ ਆਓ ਹੁਣ ਅਸੀਂ ਅਗਲੀ ਕਿਰਿਆ ਦੇਖਦੇ ਹਾਂ, ਜੋ ਹੈ ਤੇਜ਼ਾਬਾਂ ਅਤੇ ਖਾਰਾਂ ਦੀ ਆਪਸ ਦੇ ਵਿੱਚ ਕਿਰਿਆ। ਇਸ ਕਿਰਿਆ ਦੇ ਵਿੱਚ ਅਸੀਂ ਕਿਸੇ ਤੇਜ਼ਾਬ ਦੀ ਕਿਸੇ ਖਾਰ ਨਾਲ ਹੋਣ ਵਾਲੀ ਕਿਰਿਆ ਨੂੰ ਦੇਖਾਂਗੇ। ਤੇਜ਼ਾਬ ਦੇ ਲਈ ਅਸੀਂ ਯੂਜ਼ ਕਰ ਰਹੇ ਇੱਥੇ ਹਾਈਡਰੋਕਲੋਰਿਕ ਐਸਿਡ ਦਾ ਪਤਲਾ ਘੋਲ, ਤੇ ਖਾਰ ਦੇ ਵਿੱਚ ਅਸੀਂ ਯੂਜ਼ ਕਰ ਰਹੇ ਹਾਂ ਸੋਡੀਅਮ ਹਾਈਡਰੋਕਸਾਈਡ ਦਾ ਪਤਲਾ ਘੋਲ। ਇਸ ਸਟੈਂਡ ਦੇ ਵਿੱਚ ਟੰਗੀ ਵੀ ਇਸ ਯੂਨਿਟ ਦੇ ਵਿੱਚ ਮੈਂ ਪਹਿਲਾਂ ਤੋਂ ਹੀ ਹਾਈਡਰੋਕਲੋਰਿਕ ਐਸਿਡ ਦਾ ਜਿਹੜਾ ਹੈਗਾ ਘੋਲ ਜਿਹੜਾ ਇਹਦੇ ਵਿੱਚ ਥੋੜਾ ਜਿਹਾ ਐਡ ਕਰ ਲਿਆ ਹੈਗਾ, ਤੇ ਇਸ ਇੱਕ ਬੀਕਰ ਦੇ ਵਿੱਚ ਮੈਂ ਸੋਡੀਅਮ ਹਾਈਡਰੋਕਸਾਈਡ ਦਾ ਘੋਲ ਦੀ ਕੁਝ ਮਾਤਰਾ ਜਿਹੜੀ ਇਹਦੇ ਵਿੱਚ ਐਡ ਕਰੂੰਗਾ, ਤੇ ਇੰਡੀਕੇਟਰ ਲਈ ਇਹਦੇ ਵਿੱਚ ਮੈਂ ਐਡ ਕਰੂੰਗਾ ਫੈਨੋਲ ਸੈਥਲੀਨ। ਸਾਨੂੰ ਪਤਾ ਹੀ ਹੈ ਵੀ ਫੈਨੋਲ ਸੈਥਲੀਨ ਜਿਹੜਾ ਹੈਗਾ ਜਦੋਂ ਵੀ ਖਾਰ ਦੇ ਵਿੱਚ ਅਸੀਂ ਐਡ ਕਰਦੇ ਤਾਂ ਉਹਦਾ ਰੰਗ ਜਿਹੜਾ ਹੈਗਾ ਕੀ ਹੋ ਜਾਂਦਾ ਹੈਗਾ, ਪਿੰਕ ਕਲਰ ਦੇ ਵਿੱਚ ਤਬਦੀਲ ਹੋ ਜਾਂਦਾ ਹੈ। ਤਾਂ ਤੁਹਾਡੇ ਕੋਲ ਇੱਥੇ ਦਿਖਾਈ ਦੇ ਰਿਹਾ ਵੀ ਹੁਣ ਸਿੰਪਲ ਜਿਹੜਾ ਤੁਹਾਡੇ ਕੋਲ ਸੋਡੀਅਮ ਹਾਈਡਰੋਕਸਾਈਡ ਇਸ ਬੀਕਰ ਦੇ ਵਿੱਚ ਐਡ ਕੀਤਾ ਹੋਇਆ, ਜਿਹਦੇ ਵਿੱਚ ਅਸੀਂ ਫੈਨੋਲ ਸੈਥਲੀਨ ਦੀਆਂ ਕੁਝ ਬੂੰਦਾਂ ਐਡ ਕੀਤੀਆਂ ਤੇ ਇਹਦਾ ਰੰਗ ਜਿਹੜਾ ਹੈਗਾ ਪਿੰਕ ਹੋ ਗਿਆ। ਹੁਣ ਜਦੋਂ ਅਸੀਂ ਇਹਦੇ ਵਿੱਚ ਐਸਿਡ ਇਸ ਯੂਨਿਟ ਤੋਂ ਬੂੰਦ ਕਰਕੇ ਇਹਦੇ ਵਿੱਚ ਐਡ ਕਰਾਂਗੇ ਤੇ ਇਸਦੇ ਕਲਰ ਦੇ ਵਿੱਚ ਹੋਣ ਵਾਲੀ ਤਬਦੀਲੀ ਨੂੰ ਅਸੀਂ ਨੋਟ ਕਰਨਾ ਹੈ। ਤੁਸੀਂ ਤਾਂ ਦੇਖੋਗੇ ਵੀ ਇਹਦੇ ਕਲਰ ਦੇ ਵਿੱਚ ਕਿਸ ਤਰ੍ਹਾਂ ਦੀ ਤਬਦੀਲੀ ਹੁੰਦੀ ਹੈਗੀ ਹੈ। ਤੁਸੀਂ ਦੇਖ ਰਹੇ ਹੋ ਕਿ ਇਸ ਦਾ ਕਲਰ ਜਿਹੜਾ ਹੈਗਾ ਫਿੱਕਾ ਪੈ ਰਿਹਾ ਹੈਗਾ, ਤੇ ਇਸ ਦੀ ਲਾਸਟ ਬੂੰਦ ਐਡ ਕਰਨ ਤੋਂ ਬਾਅਦ ਦੇਖੋ ਹੁਣ ਤੁਸੀਂ ਦੇਖੋਗੇ ਵੀ ਜਿਹੜਾ ਇਹਦਾ ਗੁਲਾਬੀ ਰੰਗ ਸੀਗਾ ਉਹ ਬਿਲਕੁਲ ਕਲਰਲੈਸ ਹੋ ਗਿਆ, ਤੇ ਇਹਦਾ ਮਤਲਬ ਕੀ ਹੋ ਚੁੱਕਿਆ ਵੀ ਹੁਣ ਇਹਦੇ ਵਿੱਚ ਜਿਹੜੀ ਹੈਗੀ ਖਾਰ ਖਤਮ ਹੋ ਚੁੱਕੀ ਹੈਗੀ ਹੈ। ਸੋ ਜਿਹਦੇ ਵਿੱਚ ਖਾਰ ਦੀ ਇੱਕ ਦੋ ਬੂੰਦਾਂ ਅਸੀਂ ਹੋਰ ਐਡ ਕਰਕੇ, ਜਿਸ ਤਰ੍ਹਾਂ ਮੈਂ ਸੋਡੀਅਮ ਹਾਈਡਰੋਕਸਾਈਡ ਦਾ ਸੈਂਪਲ ਲੈ ਰਿਹਾ ਤੇ ਇਸ ਦੀ ਇੱਕ ਦੋ ਬੂੰਦਾਂ ਹੋਰ ਐਡ ਕਰਦਾ, ਤੇ ਇਸੇ ਕਲਰ ਵਿੱਚ ਆਉਣ ਵਾਲੀ ਤਬਦੀਲੀ ਤੁਸੀਂ ਫੇਰ ਨੋਟ ਕਰੋਗੇ। ਇਹਦੇ ਵਿੱਚ ਦੇਖੋ ਜਦੋਂ ਮੈਂ ਇੱਕ ਜਾਂ ਦੋ ਬੂੰਦਾਂ ਦੇ ਵਿੱਚ ਐਡ ਕਰ ਰਿਹਾ ਤਾਂ ਫਿਰ ਦੁਬਾਰ ਤੋਂ ਪਿੰਕ ਜਿਹੜਾ ਕਲਰ ਵਿੱਚ ਤਬਦੀਲ ਹੋ ਗਿਆ, ਪਰੰਤੂ ਮੈਂ ਦੁਬਾਰ ਤੋਂ ਫਿਰ ਜਿਹਦੇ ਵਿੱਚ ਥੋੜ੍ਹੀਆਂ ਐਸਿਡ ਦੀਆਂ ਇੱਕ ਦੋ ਬੂੰਦਾਂ ਹੋਰ ਐਡ ਕਰ ਦੂੰਗਾ ਤਾਂ ਇਸ ਦਾ ਜਿਹੜਾ ਇਹ ਕਲਰ ਜਿਹੜਾ ਹੈਗਾ ਦੁਬਾਰ ਤੋਂ ਫਿਰ ਕੀ ਹੋ ਜਾਊਗਾ, ਕਲਰਲੈਸ ਹੋ ਜਾਂਦਾ ਹੈ। ਬੱਚਿਓ ਕਿਰਿਆ ਦੇ ਵਿੱਚ ਤੁਸੀਂ ਦੇਖਿਆ ਕਿ ਜਦੋਂ ਸੋਡੀਅਮ ਹਾਈਡਰੋਕਸਾਈਡ ਦੀ ਅਸੀਂ HCl ਦੇ ਨਾਲ ਕਿਰਿਆ ਕਰਾ ਰਹੇ ਸੀ ਤਾਂ ਉਸ ਦਾ ਪਿੰਕ ਕਲਰ ਹੌਲੀ-ਹੌਲੀ ਗਾਇਬ ਹੁੰਦਾ ਗਿਆ। ਆਓ ਸਮੀਕਰਨ ਦੇ ਵਿੱਚ ਦੇਖਦੇ ਹਾਂ ਕਿ ਅਸਲ ਦੇ ਵਿੱਚ ਹੁੰਦਾ ਕਿਉਂ ਹੈ। ਜਦੋਂ NaOH ਖਾਰ HCl ਤੇਜ਼ਾਬ ਦੇ ਨਾਲ ਕਿਰਿਆ ਕਰਦਾ ਹੈ ਤਾਂ NaOH ਦੀ ਆਪਣੀ ਹੋਂਦ ਕਿਰਿਆ ਤੋਂ ਬਾਅਦ ਖਤਮ ਹੁੰਦੀ ਜਾਂਦੀ ਹੈ, ਕਿਉਂਕਿ ਇੱਕ ਲੂਣ NaCl ਦੀ ਉਤਪत्ति ਹੁੰਦੀ ਜਾਂਦੀ ਹੈ, ਨਾਲ ਪਾਣੀ ਬਣ ਰਿਹਾ ਹੈ। ਇਸ ਦਾ ਭਾਵ ਇਹ ਹੈ ਕਿ ਜਦੋਂ ਤੇਜ਼ਾਬ ਅਤੇ ਖਾਰ ਆਪਸ ਦੇ ਵਿੱਚ ਕਿਰਿਆ ਕਰ ਰਹੇ ਹਨ ਤਾਂ ਉਹ ਨਾ ਤਾਂ ਤੇਜ਼ਾਬ ਰਹਿੰਦਾ ਹੈ, ਨਾ ਲੂਣ ਖਾਰ ਰਹਿੰਦੀ ਹੈ। ਇੱਕ ਲੂਣ ਬਣ ਜਾਂਦਾ ਹੈ ਜਿਸ ਦੇ ਨਾਲ ਤੇਜ਼ਾਬ ਤੇ ਖਾਰ ਦੋਨਾਂ ਦਾ ਪ੍ਰਭਾਵ ਖਤਮ ਹੋ ਜਾਂਦਾ ਹੈ। ਇਹ ਕਿਰਿਆ ਨੂੰ ਅਸੀਂ ਉਦਾਸੀਨੀਕਰਨ ਕਿਰਿਆ ਕਹਿੰਦੇ ਹਾਂ, ਭਾਵ ਕਿਰਿਆ ਦੇ ਵਿੱਚ ਤੇਜ਼ਾਬ ਅਤੇ ਖਾਰ ਹੁਣ ਆਪਣਾ ਪ੍ਰਭਾਵ ਖਤਮ ਕਰਕੇ ਉਦਾਸੀਨ ਹੋ ਜਾਂਦੇ ਹਨ। ਆਓ ਬੱਚਿਓ ਹੁਣ ਦੇਖਦੇ ਹਾਂ ਕਿ ਤੇਜ਼ਾਬ ਜਿਹੜੇ ਹਨ ਉਹ ਧਾਤਵੀ ਆਕਸਾਈਡਾਂ ਦੇ ਨਾਲ ਕਿਸ ਪ੍ਰਕਾਰ ਪ੍ਰਤੀਕਿਰਿਆ ਕਰਦੇ ਹਨ। ਹੁਣ ਤੁਸੀਂ ਸਮੀਕਰਨ 'ਚ ਦੇਖ ਸਕਦੇ ਹੋ ਕਿ ਕਾਪਰ ਆਕਸਾਈਡ ਜੋ ਕਿ ਇੱਕ ਕਾਪਰ ਧਾਤ ਦਾ ਆਕਸਾਈਡ ਹੈ, HCl ਦੇ ਨਾਲ ਕਿਰਿਆ ਕਰਕੇ ਕਾਪਰ ਕਲੋਰਾਈਡ ਲੂਣ ਅਤੇ ਪਾਣੀ ਨੂੰ ਪੈਦਾ ਕਰ ਰਿਹਾ ਹੈ। ਇਸ ਤੋਂ ਕੀ ਸਿੱਟਾ ਨਿਕਲਦਾ ਹੈ ਕਿ ਜਿਹੜੇ ਧਾਤਵੀ ਆਕਸਾਈਡ ਹਨ ਜਦੋਂ ਉਹ ਤੇਜ਼ਾਬਾਂ ਦੇ ਨਾਲ ਕਿਰਿਆ ਕਰਦੇ ਹਨ ਤਾਂ ਲੂਣ ਅਤੇ ਪਾਣੀ ਪੈਦਾ ਹੁੰਦਾ ਹੈ। ਬੱਚਿਓ ਹੁਣ ਇਸ ਕਿਰਿਆ ਨੂੰ ਜੇ ਅਸੀਂ ਆਪਣੀ ਪਹਿਲਾਂ ਵਾਲੀ ਕਿਰਿਆ ਦੇ ਨਾਲ ਕੰਪੇਅਰ ਕਰੀਏ ਤਾਂ ਉਸ ਦੇ ਵਿੱਚ ਅਸੀਂ ਪੜ੍ਹਿਆ ਸੀ ਕਿ ਤੇਜ਼ਾਬ ਅਤੇ ਖਾਰ ਆਪਸ ਦੇ ਵਿੱਚ ਕਿਰਿਆ ਕਰਕੇ ਲੂਣ ਅਤੇ ਪਾਣੀ ਪੈਦਾ ਕਰਦੇ ਹਨ, ਜੋ ਕਿ ਇਸ ਕਿਰਿਆ ਦੇ ਵਿੱਚ ਵੀ ਪੈਦਾ ਹੋ ਰਿਹਾ ਹੈ। ਇਸ ਤੋਂ ਅਸੀਂ ਇੱਕ ਸਿੱਟਾ ਬੜੀ ਚੰਗੀ ਤਰ੍ਹਾਂ ਕੱਢ ਸਕਦੇ ਹਾਂ ਕਿ ਜਿਹੜੇ ਧਾਤਾਂ ਦੇ ਆਕਸਾਈਡ ਹਨ ਉਹਨਾਂ ਦਾ ਸੁਭਾਅ ਕਿਸ ਪ੍ਰਕਾਰ ਦਾ ਹੈ, ਖਾਰੀ।
ਤਾਂ ਬੱਚਿਓ ਇਹ ਸਿੱਟਾ ਸਾਡੇ ਸਾਹਮਣੇ ਆਂਦਾ ਹੈ ਕਿ ਧਾਤਵੀ ਆਕਸਾਈਡ ਖਾਰੀ ਸੁਭਾਅ ਦੇ ਹੁੰਦੇ ਹਨ। ਆਓ ਬੱਚਿਓ ਹੁਣ ਦੇਖਦੇ ਹਾਂ ਖਾਰਾਂ ਦੀ ਅਧਾਤਵੀ ਆਕਸਾਈਡ ਦੇ ਨਾਲ ਕਿਰਿਆ। ਇਕੁਏਸ਼ਨ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕੈਲਸ਼ੀਅਮ ਹਾਈਡਰੋਕਸਾਈਡ ਜੋ ਕਿ ਇੱਕ ਖਾਰ ਹੈ, ਜਦੋਂ ਕਾਰਬਨ ਡਾਈਆਕਸਾਈਡ ਜੋ ਕਿ ਇੱਕ ਅਧਾਤਵੀ ਆਕਸਾਈਡ ਹੈ ਨਾਲ ਕਿਰਿਆ ਕਰ ਰਿਹਾ ਹੈ ਤਾਂ ਕੈਲਸ਼ੀਅਮ ਕਾਰਬੋਨੇਟ ਚਿੱਟੇ ਅਵਖੇਪਾਂ ਵਾਲਾ ਲੂਣ ਅਤੇ ਪਾਣੀ ਪੈਦਾ ਹੋ ਰਿਹਾ ਹੈ। ਅਗਰ ਤੁਸੀਂ ਯਾਦ ਕਰੋ ਤਾਂ ਹੁਣੀ ਇਹ ਕਿਰਿਆ ਅਸੀਂ ਕਰਕੇ ਚੁੱਕੇ ਹਾਂ, ਜਿਸ ਦੇ ਵਿੱਚ ਚੂਨੇ ਦਾ ਪਾਣੀ ਕੈਲਸ਼ੀਅਮ ਕਾਰਬੋਨੇਟ ਦੇ ਅਘੁਲਣਸ਼ੀਲ ਲੂਣ ਦੇ ਕਰਕੇ ਦੁਧੀਆ ਹੋ ਰਿਹਾ ਸੀ। ਬੱਚਿਓ ਇਸ ਕਿਰਿਆ ਨੂੰ ਅਸੀਂ ਦੇਖੀਏ ਤਾਂ ਕੀ ਸਿੱਟਾ ਨਿਕਲ ਰਿਹਾ ਹੈ ਕਿ ਜਿਹੜੇ ਖਾਰਾਂ ਨੇ ਉਹ ਅਧਾਤਵੀ ਆਕਸਾਈਡ ਦੇ ਨਾਲ ਕਿਰਿਆ ਕਰਕੇ ਲੂਣ ਤੇ ਪਾਣੀ ਪੈਦਾ ਕਰ ਰਹੀਆਂ ਨੇ। ਇੱਥੇ ਇੱਕ ਗੱਲ ਹੋਰ ਦੇਖੋ ਕਿ ਜੋ ਅਸੀਂ ਪਹਿਲਾਂ ਉਦਾਸੀਨੀਕਰਨ ਕਿਰਿਆ ਦੇਖੀ ਸੀ, ਉਸ ਦੇ ਵਿੱਚ ਵੀ ਤੇਜ਼ਾਬ ਅਤੇ ਖਾਰ ਆਪਸ ਦੇ ਵਿੱਚ ਕਿਰਿਆ ਕਰਕੇ ਲੂਣ ਤੇ ਪਾਣੀ ਹੀ ਪੈਦਾ ਕਰ ਰਹੇ ਸੀ। ਤਾਂ ਹੁਣ ਅਸੀਂ ਫਾਈਨਲ ਇੱਥੋਂ ਸਿੱਟਾ ਕੀ ਕੱਢਦੇ ਹਾਂ ਕਿ ਜਿਹੜੇ ਅਧਾਤਵੀ ਆਕਸਾਈਡ ਹੁੰਦੇ ਹਨ ਉਹਨਾਂ ਦਾ ਸੁਭਾਅ ਤੇਜ਼ਾਬੀ ਹੁੰਦਾ ਹੈ। ਸੋ ਇੱਥੇ ਅਸੀਂ ਇੱਕ ਸਰਕਟ ਤਿਆਰ ਕੀਤਾ ਹੈਗਾ ਜਿਹਦੇ ਵਿੱਚ ਅਸੀਂ ਇੱਕ LED ਨੂੰ ਇੱਕ ਬੈਟਰੀ ਦੇ ਨਾਲ ਅਟੈਚ ਕੀਤਾ ਹੈ ਤੇ ਦੋ ਜਿਹੜੇ ਉਹਦੇ ਸਿਰੇ ਜਿਹੜੇ ਹੈਗੇ, ਜੇ ਆਪਾਂ ਦੇਖੀਏ ਜੇ ਸਰਕਟ ਨੂੰ ਅਸੀਂ ਕੰਪਲੀਟ ਕਰ ਦਿੰਗੇ ਤਾਂ LED ਨੂੰ ਜਗਦੀ ਹੋਈ ਦਿਖਾਈ ਦਿੰਦੀ ਹੈਗੀ ਹੈ। ਤੇ ਤਿੰਨ ਘੋਲ ਹੈਗੇ ਆ ਸਾਡੇ ਕੋਲ। ਇੱਕ ਤਾਂ ਖੰਡ ਦਾ ਘੋਲ ਹੈਗਾ, ਇਸ ਢੱਕਣ ਦੇ ਵਿੱਚ ਮੈਂ ਖੰਡ ਦਾ ਘੋਲ ਜਿਹੜਾ ਹੈਗਾ ਕੰਸਨਟ੍ਰੇਟਡ ਖੰਡ ਦਾ ਘੋਲ ਜਿਹੜਾ ਤਿਆਰ ਕੀਤਾ ਹੈਗਾ। ਦੂਜਾ ਤੁਹਾਡੇ ਕੋਲੇ ਤੁਹਾਨੂੰ ਦੇਖੋਗੇ ਤਾਂ ਸਿਰਕਾ CH3COOH ਜਿਹੜਾ ਕਿ ਸਿਰਕਾ ਹੈਗਾ ਤੁਹਾਡੇ ਕੋਲੇ। ਤੀਜੇ ਢੱਕਣ ਦੇ ਸਾਡੇ ਕੋਲ ਹਾਈਡਰੋਕਲੋਰਿਕ ਐਸਿਡ ਦਾ ਪਤਲਾ ਘੋਲ ਇਹਦੇ ਵਿੱਚ ਮੌਜੂਦ ਹੈਗਾ। ਸੋ ਇਹਨਾਂ ਦੀ ਕਨੈਕਟੀਵਿਟੀ ਚੈੱਕ ਕਰਨ ਵਾਸਤੇ ਅਸੀਂ ਇਸ ਸਰਕਟ ਦੇ ਜਿਹੜੇ ਦੋ ਓਪਨ ਸਿਰੇ ਹੈਗੇ ਆ ਇਹ ਵੱਖ-ਵੱਖ ਘੋਲਾਂ ਦੇ ਵਿੱਚ ਵਾਰੀ-ਵਾਰੀ ਡਿਪ ਕਰਾਂਗੇ। ਪਹਿਲਾਂ ਅਸੀਂ ਖੰਡ ਦੇ ਘੋਲ ਵਿੱਚ ਡਿਪ ਕਰ ਦੇਂਗੇ ਦੋਨੇ ਸਿਰੇ, ਤਾਂ ਤੁਸੀਂ ਦੇਖੋਗੇ LED ਬਲਬ ਦੇ ਵਿੱਚ ਕੋਈ ਗਲੋ ਨਹੀਂ ਆ ਰਿਹਾਗਾ। ਸੋ ਜਿਸ ਤੋਂ ਸਾਨੂੰ ਪਤਾ ਲੱਗਦਾ ਵੀ ਜਿਹੜਾ ਖੰਡ ਦਾ ਘੋਲ ਹੈਗਾ ਇਹ ਬਿਜਲੀ ਕੰਡਕਟ ਨਹੀਂ ਕਰ ਰਿਹਾ। ਹੁਣ ਜਦੋਂ ਅਸੀਂ ਇਹਨੂੰ ਸਿਰਕੇ ਦੇ ਵਿੱਚ ਡਿਪ ਕਰ ਦੇਂਗੇ ਤਾਂ ਤੁਸੀਂ ਦੇਖਦੇ ਹੈਗੇ ਇੱਥੇ LED ਹਲਕੀ ਜਿਹੜੀ ਹੈਗੀ ਜਗਦੀ ਹੋਈ ਦਿਖਾਈ ਦੇ ਰਹੀ ਹੈਗੀ ਆ। ਸੋ ਇਸ ਤੋਂ ਸਾਨੂੰ ਪਤਾ ਲੱਗਦਾ ਹੈਗਾ ਜੋ ਸਿਰਕਾ ਇੱਕ ਐਸਿਡ ਹੁੰਦੇ ਹੋਏ ਜਿਹੜੀ ਹੈ ਬਿਜਲੀ ਨੂੰ ਕੰਡਕਟ ਕਰ ਰਿਹਾ, ਯਾਨੀ ਕਿ ਬਿਜਲੀ ਦਾ ਚਾਲਕ ਹੈਗਾ। ਤੀਜਾ ਘੋਲ ਜਿਹੜਾ ਤੁਹਾਡੇ ਕੋਲ ਹਾਈਡਰੋਕਲੋਰਿਕ ਐਸਿਡ ਦਾ ਪਤਲਾ ਘੋਲ ਹੈ, ਜਦੋਂ ਅਸੀਂ ਉਹਦੇ ਵਿੱਚ ਅਸੀਂ ਦੋਨੇ ਸਿਰੇ ਡਿਪ ਕਰਦੇ ਹਾਂ ਤਾਂ LED ਬਿਲਕੁਲ ਚੰਗੀ ਤਰ੍ਹਾਂ ਜਿਹੜੀ ਗਲੋ ਕਰ ਰਹੀ ਹੈ, ਜਿਸ ਤੋਂ ਇਹ ਸਿੱਧ ਹੁੰਦਾ ਵੀ ਹਾਈਡਰੋਕਲੋਰਿਕ ਐਸਿਡ ਜਿਹੜਾ ਹੈ ਬਿਜਲੀ ਦਾ ਇੱਕ ਚੰਗਾ ਸੁਚਾਲਕ ਹੈ। ਇਸ ਕਿਰਿਆ ਦੇ ਵਿੱਚ ਅਸੀਂ ਕੀ ਕੀਤਾ ਕਿ ਜਦੋਂ ਗਲੂਕੋਸ ਜਾਂ ਫਿਰ ਅਲਕੋਹਲ ਵਰਗੇ ਯੌਗਿਕਾਂ ਦੇ ਵਿੱਚ ਜਿਨ੍ਹਾਂ ਦੇ ਵਿੱਚ ਹਾਈਡਰੋਜਨ ਹੈ ਉਹਨਾਂ ਦੇ ਵਿੱਚੋਂ ਬਿਜਲੀ ਲੰਘਾਈ ਗਈ ਤਾਂ ਬਲਬ ਨਹੀਂ ਚਮਕਿਆ, ਪਰੰਤੂ ਜਦੋਂ ਸਿਰਕਾ ਜਾਂ ਹਾਈਡਰੋਕਲੋਰਿਕ ਐਸਿਡ ਵਰਗੇ ਤੇਜ਼ਾਬਾਂ ਦੇ ਵਿੱਚੋਂ ਬਿਜਲੀ ਲੰਘਾਈ ਤਾਂ ਬਲਬ ਚਮਕ ਗਿਆ। ਇਸ ਦਾ ਮਤਲਬ ਕਿ ਇਹਨਾਂ ਦੇ ਵਿੱਚ ਬਿਜਲੀ ਦੀ ਚਾਲਕਤਾ ਸੀ, ਪਰੰਤੂ ਗਲੂਕੋਸ ਤੇ ਅਲਕੋਹਲ ਹਾਈਡਰੋਜਨ ਹੋਣ ਦੇ ਬਾਵਜੂਦ ਵੀ ਤੇਜ਼ਾਬਾਂ ਦੀ ਕੈਟਾਗਰੀ ਦੇ ਵਿੱਚ ਨਹੀਂ ਆਉਂਦੇ। ਅਸੀਂ ਇਹਨਾਂ ਨੂੰ ਤੇਜ਼ਾਬ ਨਹੀਂ ਕਹਾਂਗੇ, ਜਦਕਿ ਹਾਈਡਰੋਕਲੋਰਿਕ ਐਸਿਡ, ਨਾਈਟ੍ਰਿਕ ਐਸਿਡ, ਸਲਫਿਊਰਿਕ ਐਸਿਡ ਜਾਂ ਫਿਰ ਐਸਿਟਿਕ ਐਸਿਡ ਵਰਗੇ ਜਿਹੜੇ ਯੌਗਿਕ ਨੇ ਇਹਨਾਂ ਦੇ ਵਿੱਚ ਵੀ ਹਾਈਡਰੋਜਨ ਹੈ ਤੇ ਇਹ ਸਾਰੇ ਤੇਜ਼ਾਬ ਕਹੇ ਜਾਂਦੇ ਨੇ। ਹੁਣ ਤੁਹਾਡੇ ਦਿਮਾਗ ਦੇ ਵਿੱਚ ਇਹ ਪ੍ਰਸ਼ਨ ਆ ਰਿਹਾ ਹੋਵੇਗਾ ਕਿ ਅਸੀਂ ਇਹਨਾਂ ਨੂੰ ਤੇਜ਼ਾਬ ਕਹਿ ਰਹੇ ਹਾਂ ਪਰੰਤੂ ਉਹਨਾਂ ਨੂੰ ਗਲੂਕੋਸ ਤੇ ਅਲਕੋਹਲ ਨੂੰ ਤੇਜ਼ਾਬ ਕਿਉਂ ਨਹੀਂ ਕਹਿ ਰਹੇ? ਤਾਂ ਉਸ ਦਾ ਉੱਤਰ ਦੇਖਦੇ ਹਾਂ। ਬੱਚਿਓ ਅਸਲ ਦੇ ਵਿੱਚ ਜਿਹੜੇ ਤੇਜ਼ਾਬ ਹੁੰਦੇ ਨੇ ਜਦੋਂ ਇਹਨਾਂ ਨੂੰ ਪਾਣੀ ਦੇ ਵਿੱਚ ਮਿਲਾਇਆ ਜਾਂਦਾ ਹੈ ਤਾਂ ਇਹ ਟੁੱਟ ਜਾਂਦੇ ਨੇ। ਇਹ ਟੁੱਟਦੇ ਹੈ ਆਇਨਾਂ ਦੇ ਵਿੱਚ। ਉਹਨਾਂ ਆਇਨਾਂ ਦੇ ਵਿੱਚੋਂ ਮੁੱਖ ਤੌਰ ਦੇ ਉੱਤੇ ਹਾਈਡਰੋਜਨ ਆਇਨ ਪੈਦਾ ਕਰਦੇ ਨੇ ਜਿਹੜਾ ਕਿ ਤੇਜ਼ਾਬਾਂ ਦਾ ਗੁਣ ਹੈ। ਜਿਹੜੇ ਵੀ ਯੌਗਿਕ ਪਾਣੀ ਦੇ ਵਿੱਚ ਘੁਲਣ ਤੋਂ ਬਾਅਦ ਹਾਈਡਰੋਜਨ ਆਇਨ ਪੈਦਾ ਕਰਦੇ ਹਨ ਅਤੇ ਪਾਣੀ ਦੇ ਨਾਲ ਉਸ ਹਾਈਡਰੋਜਨ ਆਇਨ ਨੂੰ ਮਿਲਾ ਕੇ ਹਾਈਡਰੋਨੀਅਮ ਆਇਨ ਯਾਨੀ H3O ਪੋਜ਼ਿਟਿਵ ਆਇਨ ਪੈਦਾ ਕਰ ਦਿੰਦੇ ਹਨ, ਅਸੀਂ ਉਹਨਾਂ ਨੂੰ ਤੇਜ਼ਾਬਾਂ ਦੀ ਕੈਟਾਗਰੀ ਦੇ ਵਿੱਚ ਰੱਖਦੇ ਹਾਂ। ਕਿ ਜਿਹੜੇ ਤਾਂ ਤੇਜ਼ਾਬ ਪੂਰੀ ਤਰ੍ਹਾਂ ਟੁੱਟ ਜਾਂਦੇ ਹਨ ਹਾਈਡਰੋਜਨ ਆਇਨ ਅਤੇ ਆਪਣੇ ਦੂਸਰੇ ਆਇਨ ਦੇ ਵਿੱਚ, ਯਾਨੀ ਉਹਨਾਂ ਦੀ ਸੰਗਣਤਾ ਹਾਈਡਰੋਜਨ ਆਇਨ ਦੀ ਪਾਣੀ ਦੇ ਵਿੱਚ ਜ਼ਿਆਦਾ ਦੇ ਦਿੰਦੇ ਹਨ, ਉਹਨਾਂ ਨੂੰ ਅਸੀਂ ਸ਼ਕਤੀਸ਼ਾਲੀ ਤੇਜ਼ਾਬ ਕਹਿੰਦੇ ਹਾਂ। ਪਰੰਤੂ ਐਸਿਟਿਕ ਐਸਿਡ ਜਾਂ ਕਾਰਬੋਨਿਕ ਐਸਿਡ ਵਰਗੇ ਤੇਜ਼ਾਬ ਜੋ ਪੂਰੀ ਤਰ੍ਹਾਂ ਪਾਣੀ ਦੇ ਵਿੱਚ ਹਾਈਡਰੋਜਨ ਆਇਨ ਪੈਦਾ ਨਹੀਂ ਕਰ ਪਾਉਂਦੇ, ਉਹਨਾਂ ਨੂੰ ਅਸੀਂ ਕਮਜ਼ੋਰ ਤੇਜ਼ਾਬਾਂ ਦੇ ਵਜੋਂ ਜਾਣਦੇ ਹਾਂ।